ਵਾਹਿਗੁਰੂ ਜੀ। ਮੰਝ ਕੁਚਜੀ ਅੰਮਾਵਣ ਡੋਸੜੇ, ਹਾਉ ਕਿਉ ਸ਼ਹ ਰਾਵਣ ਜਾਉ ਜਿਉ। ਇੱਕ ਦੂ ਇੱਕ ਚੜ੍ਹੰਦੀਆਂ, ਕੌਣ ਜਾਣੇ ਮੇਰਾ ਨਾਉ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀਵ ਇਸਤਰੀ ਦੇ ਅਵਗੁਣ ਹੀ ਪ੍ਰਭੂ ਪਤੀ ਦੇ ਮਿਲਾਪ ਦੇ ਰਸਤੇ ਵਿੱਚ ਸਭ ਤੋਂ ਵੱਡਾ ਅਵਰੋਧ ਹੁੰਦੇ ਹਨ। ਇਸੇ ਕਰਕੇ ਜੀਵ ਇਸਤਰੀ ਨੂੰ ਸਤਿਗੁਰਾਂ ਨੇ ਬਾਣੀ ਦੇ ਵਿੱਚ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਸਭ ਤੋਂ ਪਹਿਲਾਂ ਆਪਣੇ ਔਗੁਣਾਂ ਨੂੰ ਪਛਾਣਨਾ, ਫਿਰ ਇਹਨਾਂ ਔਗੁਣਾਂ ਨੂੰ ਸਵੀਕਾਰਨਾ, ਕਬੂਲ ਕਰਨਾ, ਤੇ ਫਿਰ ਇਹਨਾਂ ਔਗੁਣਾਂ ਦੀ ਨਿਵਰਤੀ ਦੇ ਲਈ ਗੁਣਾਂ ਦਾ ਵਣਜ ਔਰ ਵਪਾਰ ਕਰਦਾ। ਪਰ ਅਧਿਆਤਮਕ ਮਾਰਗ ਦੇ ਉੱਤੇ ਜਾਂ ਭਗਤੀ ਮਾਰਗ ਦੇ ਉੱਤੇ ਇੱਕ ਜਗਿਆਸੂ ਬਹੁਤ ਲੰਮੇ ਸਮੇਂ ਤੱਕ ਇਸੇ ਕਰਕੇ ਅਟਕਿਆ ਰਹਿੰਦਾ ਹੈ ਕਿ ਉਹਨੂੰ ਅਵਗੁਣਾਂ ਦੀ ਪਛਾਣ ਵੀ ਹੋ ਗਈ ਹੈ, ਉਹਨੇ ਕਬੂਲ ਵੀ ਲਿਆ ਹੈ ਕਿ ਮੇਰੇ ਅੰਦਰ ਅਵਗੁਣ ਹਨ, ਪਰ ਸੱਚ ਜਾਣਨਾ ਇਹਨਾਂ ਅਵਗੁਣਾਂ ਨੂੰ ਉਹ ਬਦਲ ਨਹੀਂ ਪਾ ਰਿਹਾ। ਔਰ ਜੋ ਮੈਂ ਇੱਥੇ ਗੱਲ ਕਰ ਰਿਹਾ ਹਾਂ ਇਹ ਜਗਿਆਸੂਆਂ ਦੀ ਹੈ, ਆਮ ਲੋਕਾਂ ਦੀ ਨਹੀਂ। ਆਮ ਲੋਕਾਂ ਦੀ ਗੱਲ ਅਸੀਂ ਕੱਲ੍ਹ ਸਮਝ ਰਹੇ ਸਾਂ ਕਿ ਉਹ ਤੇ ਕਬੂਲਣ ਵਾਸਤੇ ਹੀ ਤਿਆਰ ਕੋਈ ਨਹੀਂ। ਇੱਕ ਜਗਿਆਸੂ ਨੇ ਘੱਟੋ ਘੱਟ ਇਹ ਕਬੂਲ ਲਿਆ ਹੈ, ਹਮ ਅਵਗੁਣ ਭਰੇ ਏਕ ਗੁਣ ਨਹੀਂ। ਕੱਲ ਦੀ ਪੰਕਤੀ ਸੀ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਕਬੂਲਣ ਦੇ ਨਾਲ ਉਹਨੂੰ ਆਪਣੀ ਆਤਮਿਕ ਦਸ਼ਾ ਦਾ ਬੋਧ ਤੇ ਹੋ ਗਿਆ ਹੈ, ਪਰ ਸੱਚ ਜਾਣਨਾ ਇਹ ਗੱਲ ਬਿਲਕੁਲ ਇਵੇਂ ਹੀ ਹੈ ਜਿਵੇਂ ਰੋਗ ਹੁਣ ਪਤਾ ਲੱਗ ਗਿਆ ਹੈ, ਪਰ ਹਲੇ ਰੋਗ ਦਾ ਉਪਚਾਰ ਸ਼ੁਰੂ ਨਹੀਂ ਹੋਇਆ। ਅਵਗੁਣਾਂ ਦੇ ਰੋਗ ਬਾਰੇ ਪਤਾ ਲੱਗ ਚੁੱਕਿਆ ਹੈ। ਯਤਨ ਵੀ ਆਰੰਭ ਕੀਤੇ ਹਨ ਇਸ ਜੀਵ ਇਸਤਰੀ ਨੇ, ਪਰ ਇਹਦੇ ਯਤਨਾਂ ਦਾ ਕੋਈ ਬਹੁਤਾ ਵੱਡਾ ਪ੍ਰਭਾਵ ਇਹਦੇ ਉੱਤੇ ਨਹੀਂ ਪੈ ਰਿਹਾ। ਤੋ ਅੱਜ ਵਿਚਾਰ ਅੱਗੇ ਤੋਰਾਂਗੇ। ਸਤਿਗੁਰੂ ਆਖਦੇ ਮੰਝ ਕੁਚਜੀ ਅੰਮਾਵਣ ਡੋਸੜੇ। ਇਹਨੂੰ ਇੱਕ ਸੰਵਾਦ ਸਮਝ ਲੈਣਾ ਕਿ ਇੱਕ ਜੀਵ ਇਸਤਰੀ ਦੂਸਰੀ ਜੀਵ ਇਸਤਰੀ ਨੂੰ ਆਪਣੇ ਅੰਦਰ ਦਾ ਹਾਲ ਦੱਸ ਰਹੀ ਹੈ, ਆਪਣੀ ਆਤਮਿਕ ਦਸ਼ਾ ਬਾਰੇ ਬਿਆਨ ਕਰ ਰਹੀ ਹੈ। ਉਹ ਆਖਦੀ ਹੈ, ਹੇ ਸਹੇਲੀਏ, ਮੈਂ ਜਦ ਆਪਣੇ ਜੀਵਨ ਵੱਲ ਵੇਖਦੀ ਹਾਂ ਤੇ ਮੈਨੂੰ ਆਪਣੇ ਜੀਵਨ ਦੇ ਵਿੱਚ ਕੁਚੱਜ ਨਜ਼ਰ ਆਉਂਦਾ ਹੈ। ਕੁਚੱਜ
ਕੁਚੱਜ ਦਾ ਅਰਥ ਕੀ ਹੈ? ਸਲੀਕੇ ਦੀ ਘਾਟ। ਕੱਲ੍ਹ ਅਸਾਂ ਨੇ ਕੁਚੱਜ ਦੇ ਦੋ ਮੂਲ ਕਾਰਨ ਜਾਣਨ ਦਾ ਯਤਨ ਕੀਤਾ ਸੀ ਜੀ, ਦਵੈਤ ਔਰ ਅਹੰਕਾਰ। ਆਪ ਨੂੰ ਯਾਦ ਹੋਏਗੀ ਗੱਲ। ਦਵੈਤ ਦੁਬਿਧਾ ਔਰ ਅਹੰਕਾਰ ਦਾ ਮਤਲਬ ਹੈ ਜੀ ਅਭਿਮਾਨ। ਪਰ ਇਹਨੇ ਇਹ ਵੀ ਸਵੀਕਾਰ ਕਰ ਲਿਆ ਹੈ ਕਿ ਮੇਰੇ ਅੰਦਰ ਦਵੈਤ ਹੈ, ਮੇਰੇ ਅੰਦਰ ਅਭਿਮਾਨ ਹੈ। ਭਾਵ ਇਹਨਾਂ ਔਗੁਣਾਂ ਦੇ ਕਰਕੇ ਮੇਰੇ ਜੀਵਨ ਵਿੱਚੋਂ ਸਲੀਕਾ ਜਾ ਚੁੱਕਿਆ ਹੈ। ਮੈਂ ਲਾਪਰਵਾਹ ਹੋ ਚੁੱਕੀ ਹਾਂ। ਮੈਨੂੰ ਪਲ ਪਲ ਬੀਤਦੇ ਹੋਏ ਇਸ ਜੀਵਨ ਦਾ ਜ਼ਰਾ ਫਿਕਰ ਨਹੀਂ। ਮੈਨੂੰ ਮਨੁੱਖੀ ਜਨਮ ਦਾ ਜਿਹੜਾ ਮੂਲ ਮਨੋਰਥ ਹੈ ਪ੍ਰਭੂ ਮਿਲਣ, ਉਹ ਮਨੋਰਥ ਵੀ ਵਿਸਰ ਗਿਆ ਹੈ। ਔਰ ਇਹੀ ਉਹ ਕਾਰਨ ਹੈ ਜਿਹਦੇ ਕਰਕੇ ਮੇਰੇ ਅੰਦਰ ਇਤਨੇ ਦੋਸ਼ ਆ ਗਏ ਹਨ, ਇਤਨੇ ਐਬ ਆ ਗਏ ਹਨ ਕਿ ਉਹ ਅੰਦਰ ਸਮਾ ਵੀ ਨਹੀਂ ਪਾ ਰਹੇ। ਅਮਾਵਣ ਦਾ ਅਰਥ ਜਿਹੜੇ ਕਿਸੇ ਚੀਜ਼ ਵਿੱਚ ਪੂਰੇ ਨਾ ਆਣ, ਅਰਥਾਤ ਬਹੁਤ ਅਣਗਿਣਤ, ਗਿਣਤੀ ਤੋਂ ਪਰੇ ਹਨ। ਗਿਣਤੀ ਤੋਂ ਪਰੇ ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ, ਇਤਨੇ ਦੋਸ਼ ਮੈਨੂੰ ਆਪਣੇ ਅੰਦਰ ਦਿਸ ਰਹੇ ਹਨ। ਇਹ ਕੌਣ ਕਹਿ ਰਿਹਾ ਹੈ? ਇੱਕ ਉਹ ਜੀਵ ਇਸਤਰੀ ਜਿਹਨੇ ਕਬੂਲ ਕਰ ਲਿਆ ਹੈ, ਜਿਹਨੇ ਸਵੀਕਾਰ ਕਰ ਲਿਆ ਹੈ ਕਿ ਹਾਂ ਮੈਂ ਕੁਚੱਜੀ ਹਾਂ ਔਰ ਮੇਰੇ ਅੰਦਰ ਦੋਸ਼ ਹਨ। ਉਹਨੂੰ ਆਪਣੀ ਘਾਟ, ਆਪਣੀ ਕਮੀ, ਇੱਕ ਸ਼ਬਦ ਵਰਤਾਂ, ਆਪਣੇ ਰੋਗ ਬਾਰੇ ਪਤਾ ਲੱਗ ਗਿਆ। ਪਰ ਮੈਂ ਹੁਣੇ ਬੇਨਤੀ ਕੀਤੀ, ਤੁਸੀਂ ਆਪਣੇ ਸਰੀਰ ਦੀ ਜਾਂਚ ਕਰਵਾਓ, ਰਿਪੋਰਟ ਆ ਜਾਵੇ ਬਈ ਇਹ ਰੋਗ ਹੈ ਅੰਦਰ। ਰਿਪੋਰਟ ਨੂੰ ਪੜ੍ਹੀ ਜਾਓ, ਲੋਕਾਂ ਨੂੰ ਦੱਸੀ ਜਾਓ ਬਈ ਇਹ ਰੋਗ ਹੈ। ਕਦੀ ਵੀ ਉਹ ਰੋਗ ਦੂਰ ਥੋੜ੍ਹੀ ਹੋਏਗਾ ਜਦ ਤੱਕ ਉਹਦੇ ਲਈ ਪ੍ਰੋਪਰ ਤੁਸੀਂ ਉਪਚਾਰ ਸ਼ੁਰੂ ਨਹੀਂ ਕਰੋਗੇ, ਡਾਕਟਰ ਕੋਲ ਨਹੀਂ ਜਾਓਗੇ, ਉਹਦੀ ਦੱਸੀ ਦਵਾਈ ਨਹੀਂ ਖਾਓਗੇ। ਬਿਲਕੁਲ ਇਸੇ ਪ੍ਰਕਾਰ ਜਿਹੜੇ ਆਤਮਿਕ ਰੋਗ ਹਨ, ਅਸੀਂ ਆਪਣੇ ਜੀਵਨ ਵਿੱਚ ਇਹਨਾਂ ਆਤਮਿਕ ਰੋਗਾਂ ਨੂੰ ਕਬੂਲਦੇ ਤੇ ਜ਼ਰੂਰ ਹਾਂ। ਭਾਵੇਂ ਵੱਖਰੀ ਗੱਲ ਹੈ ਸਾਰਿਆਂ ਸਾਹਮਣੇ ਨਾ ਕਬੂਲੀਏ, ਪਰ ਜਿਨ੍ਹਾਂ ਨਾਲ ਸਾਡੀ ਨੇੜਤਾ ਹੈ, ਜਿਨ੍ਹਾਂ ਸਤਸੰਗੀਆਂ ਨਾਲ ਕਹਿ ਲਓ, ਸੰਬੰਧੀਆਂ ਨਾਲ ਕਹਿ ਲਓ, ਜਿਨ੍ਹਾਂ ਨਾਲ ਵੀ ਮਨੁੱਖ ਦੀ ਨੇੜਤਾ ਜਾਂ ਮਿੱਤਰਤਾ ਹੈ, ਮਨੁੱਖ ਉੱਥੇ ਸੱਚਮੁੱਚ ਕਈ ਵਾਰ ਆਪਣੇ ਦਿਲ ਦੀ ਗੱਲ ਕਰਦਾ ਹੈ। ਉੱਥੇ ਕਬੂਲ ਲਿਆ। ਇਹ ਇੰਝ ਸਮਝ ਲੈਣਾ, ਇੱਕ ਸਤਸੰਗਣ ਦੂਜੀ ਸਤਸੰਗਣ ਨੂੰ ਆਖ ਰਹੀ ਹੈ ਸਖੀਏ। ਇਹ ਡਾਇਲੋਗ ਹੈ ਦੋਨਾਂ ਦਾ ਆਪਸ ਵਿੱਚ ਕਿ ਮੈਨੂੰ ਆਪਣੇ ਜੀਵਨ ਵਿੱਚ ਕੁਚੱਜ ਦਿਸਣ ਲੱਗ ਪਿਆ ਹੈ। ਪਰ ਇਹਦੇ ਵਿੱਚ ਚਿੰਤਾ ਦਾ ਵਿਸ਼ਾ ਇਹ ਹੈ ਕਿ ਜਿਤਨੀ ਦੇਰ ਵਿੱਚ ਕੁਚੱਜ ਦਾ ਮੈਂ ਵਰਣਨ ਕਰਕੇ ਤੈਨੂੰ ਦੱਸ ਰਹੀ ਹਾਂ ਨਾ, ਮੇਰੇ ਪਤਾ ਨਹੀਂ ਕਿਤਨੇ ਸਵਾਸ ਅਜਾਈ ਜਾ ਰਹੇ ਹਨ। ਤੇ ਇਹ ਉਹ ਜੀਵਨ ਹੈ ਜਿਹਦੇ ਬਾਰੇ ਕਿਹਾ ਹੈ ਅਗਲੀ ਕਿਛ ਖਬਰ ਨਾ, ਕੋਈ ਸ਼ੋਰਿਟੀ ਨਹੀਂ ਵੀ ਅਗਲਾ ਸਵਾਸ ਆਵੇਗਾ ਹੀ ਆਵੇਗਾ। ਇਹ ਤੇ ਅਸੀਂ ਉਮੀਦਾਂ ਲਾ ਕੇ ਬੈਠੇ ਹਾਂ, ਅੱਜ ਤੋਂ 10 ਸਾਲ ਬਾਅਦ ਇਹ ਕਰਾਂਗੇ, 20 ਸਾਲ ਬਾਅਦ ਇਹ ਕਰਾਂਗੇ, ਬੁਢੇਪੇ 'ਚ ਇਹ ਕਰਾਂਗੇ। ਪਰ ਸਤਿਗੁਰੂ ਕਹਿੰਦੇ ਯਾਦ ਰੱਖ, ਆਸਾਵਾਂ ਬਣਾ, ਕੋਈ ਮਨਾਈ ਨਹੀਂ, ਪਰ ਆਸ ਇਸ ਹਕੀਕਤ ਨੂੰ ਕਬੂਲੇ ਬਗੈਰ ਕਦੀ ਨਾ ਬਣਾਵੀਂ, ਹਮ ਆਦਮੀ ਹਾਂ ਇੱਕਦਮੀ ਮੁਹੱਲਤ ਮੋਹਤ ਨਾ ਜਾਣਾ। ਇਹ ਗਿਆਨ ਹੋਣਾ ਬੜਾ ਜ਼ਰੂਰੀ ਹੈ। ਮਨਾ ਨਹੀਂ ਕੀਤਾ ਸਤਿਗੁਰੂ ਨੇ ਵੀ ਆਸ ਨਾ ਰੱਖ, ਆਪਣੇ ਜੀਵਨ ਜਾਂ ਆਪਣੇ ਪਰਿਵਾਰ ਬਾਰੇ ਨਾ ਸੋਚ, ਨਹੀਂ। ਹੁਣ ਇਹ ਮਾਇਆ ਕਦੋਂ ਬਣਦਾ ਹੈ? ਜਦੋਂ ਮਨੁੱਖ ਹਰ ਵੇਲੇ ਇਸ ਸੋਚ ਨੂੰ ਆਪਣੀ ਚਿੰਤਾ ਦਾ ਵਿਸ਼ਾ ਬਣਾ ਲੈਂਦਾ ਹੈ।
ਬਈ ਜੇ ਮੈਂ ਨਹੀਂ ਹੋਵਾਂਗਾ ਤੇ ਮੇਰੇ ਪਰਿਵਾਰ ਦਾ ਕੀ ਹੋਏਗਾ, ਮੈਂ ਨਹੀਂ ਹੋਵਾਂਗਾ ਤੇ ਮੇਰੇ ਨਾਲ ਜਿਹੜੇ ਜੁੜੇ ਹੋਏ ਹਨ ਉਹਨਾਂ ਦਾ ਕੀ ਹੋਵੇਗਾ। ਸਤਿਗੁਰੂ ਜੀ ਨੇ ਬਾਣੀ 'ਚ ਸਮਝਾਇਆ ਕਿ ਮਨੁੱਖ ਅਗਰ ਚਲਾ ਵੀ ਜਾਵੇ ਨਾ, ਹਾਂ ਕਈ ਵਾਰ ਇਨੀਸ਼ੀਅਲੀ ਥੋੜ੍ਹਾ ਜਿਹਾ ਫਰਕ ਜ਼ਰੂਰ ਪੈਂਦਾ ਹੈ, ਪਰ ਕੰਮ ਸਾਰੇ ਕਦੀ ਵੀ ਰੁਕਦੇ ਨਹੀਂ, ਕਿਉਂਕਿ ਦੁਨੀਆ ਦਾ ਵਿਵਹਾਰ ਹੈ, ਇਹ ਦੁਨੀਆ ਦੀ ਰੀਤ ਹੈ। ਤੇ ਜੇ ਕਿਸੇ ਮਨੁੱਖ ਦੀ ਮੌਤ ਨਾਲ ਕੋਈ ਕੰਮ ਰੁਕ ਜਾਂਦਾ ਤੇ ਅੱਜ ਵੱਡੇ ਵੱਡੇ ਰਾਜੇ ਮਹਾਰਾਜੇ ਹੁਕਮਰਾਨ ਗੁਣੀ ਗਿਆਨੀ ਪਤਾ ਨਹੀਂ ਆਪੋ ਆਪਣੀ ਵਾਰੀ ਸਾਰੇ ਚਲੇ ਗਏ ਤੇ ਦੁਨੀਆ ਰੁਕ ਜਾਣੀ ਚਾਹੀਦੀ ਸੀ। ਪਰ ਰੱਬ ਦਾ ਇਹ ਨਿਯਮ ਹੈ, ਅਗਰ ਉਹ ਕਿਸੇ ਨੂੰ ਲੈਂਦਾ ਹੈ ਤੇ ਉਸੇ ਬਿਰਤੀ ਨੂੰ, ਉਸ ਤੋਂ ਚੰਗੀ ਬਿਰਤੀ ਨੂੰ ਫਿਰ ਵਾਪਸ ਵੀ ਸੰਸਾਰ ਵਿੱਚ ਭੇਜਦਾ ਹੈ। ਇਹ ਉਹਦਾ ਕੰਮ ਹੈ ਚਿੰਤਾ ਕਰਨਾ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਇਹ ਹੁਣੇ ਆਪ ਜੀ ਨੇ ਪੜ੍ਹਿਆ ਹੈ। ਤੂੰ ਕੀ ਕਰਨਾ ਹੈ? ਸਤਿਗੁਰੂ ਕਹਿੰਦੇ ਤਿਸ ਜੋ ਹਾਰੀ ਸਵਸਤ ਤਿਸ ਦੀ ਬਾਣ ਅਭੱਗ। ਨਮਸਕਾਰ ਕਰ ਉਹਦੇ ਅੱਗੇ, ਇਹ ਕਹੇ ਪਰਮਾਤਮਾ ਤੇਰੀ ਜੈ ਹੋਵੇ। ਸਵਸਤ ਦਾ ਅਰਥ ਆਪ ਨੂੰ ਪਤਾ ਹੈ, ਸਵਸਤ ਆਥ ਬਾਣੀ ਬਰਮਾਓ। ਜਪਜੀ ਸਾਹਿਬ 'ਚ ਸਵਸਤ ਦਾ ਅਰਥ ਹੈ ਜੈ ਹੋਵੇ ਤੇਰੀ। ਤੂੰ ਆਪ ਹੀ ਮਾਇਆ ਹੈ, ਆਪ ਹੀ ਬ੍ਰਹਮ ਹੈ। ਜਪਜੀ ਸਾਹਿਬ 'ਚ ਦੇ ਅਰਥ ਹਨ। ਇੱਥੇ ਕਹਿ ਰਹੇ ਨੇ ਤਿਸ ਜੁਹਾਰੀ ਸਵਸਤ ਤਿਸ। ਜੁਹਾਰੀ ਕਹਿੰਦੇ ਸਿਰ ਝੁਕਾਉਣ ਨੂੰ, ਨਮਸਕਾਰ ਕਰਨ ਨੂੰ। ਰੱਬ ਅੱਗੇ ਨਮਸਕਾਰ ਕਰ, ਰੱਬ ਦੀ ਜੈ ਜੈਕਾਰ ਕਰਿਆ ਕਰ, ਕਿਉਂਕਿ ਰੱਬ ਦਾ ਜਿਹੜਾ ਦੀਵਾਨ ਹੈ, ਰੱਬ ਦਾ ਜਿਹੜਾ ਦਰਬਾਰ ਹੈ ਉਹ ਅਭੱਗ ਹੈ। ਅਭੱਗ ਕਹਿੰਦੇ ਹਨ ਜਿਹੜਾ ਨਾਸ਼ ਨਹੀਂ ਹੁੰਦਾ ਕਦੀ, ਸਦਾ ਕਾਇਮ ਰਹਿਣ ਵਾਲਾ। ਤੋ ਚਿੰਤਾ ਤੇਰਾ ਵਿਸ਼ਾ ਨਹੀਂ, ਜੋ ਤੇਰਾ ਵਿਸ਼ਾ ਸੀ ਉਹਨੂੰ ਤੂੰ ਭੁਲਾ ਦਿੱਤਾ, ਇਸੇ ਕਰਕੇ ਤੇਰੇ ਜੀਵਨ 'ਚ ਕੁਚੱਜ ਆ ਗਿਆ। ਤੇਰਾ ਵਿਸ਼ਾ ਚਿੰਤਾ ਕਰਨਾ ਨਹੀਂ ਸੀ, ਤੇਰਾ ਵਿਸ਼ਾ ਸੀ ਚੇਤਾ ਕਰਨਾ। ਚੇਤਾ ਤੇ ਬੰਦੇ ਨੇ ਚੇਤੇ ਵਿੱਚ ਚਿੰਤਾ ਲੈ ਆਉਂਦੀ। ਯਾਦ ਰੱਖਣਾ, ਚਿੰਤਾ ਜੀਵਨ ਵਿੱਚ ਫਿਕਰ, ਐਂਗਜ਼ਾਇਟੀ, ਸੋਚਾਂ ਵਿਚਾਰਾਂ ਪਤਾ ਨਹੀਂ ਕੀ ਕੁਝ ਵਧਾਉਂਦੀ ਰਹੇਗੀ। ਚੇਤਾ ਕੀ ਹੈ? ਜੋ ਮੇਰੀ ਚਿੰਤਾ ਨੂੰ ਮਾਰ ਦੇਵੇ। ਠੀਕ ਹੈ, ਅੱਜ ਚੇਤਾ ਕੀਤਾ, ਸਾਰੀ ਚਿੰਤਾ ਅੱਜ ਹੀ ਨਹੀਂ ਮਰੇਗੀ, ਘਟੇਗੀ ਥੋੜ੍ਹੀ ਜਿਹੀ। ਘਟਦੇ 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 ਇੱਕ ਦਿਨ ਖਤਮ ਹੋ ਜਾਏਗੀ। ਅਗਰ ਤੁਹਾਨੂੰ ਸਿਮਰਨ 'ਚੋਂ, ਪਾਠ 'ਚੋਂ, ਸਤਸੰਗਤ 'ਚੋਂ ਬੇਫਿਕਰੀ ਨਹੀਂ ਮਿਲ ਰਹੀ, ਅਗਰ ਹੁਣ ਤੁਸੀਂ ਆਏ ਹੋ ਇੱਥੇ, ਕਈ ਬਹੁਤ ਸਮੇਂ ਦੇ ਬੈਠੇ ਹਨ, ਸੁਬਾਹ ਤੋਂ ਕੀਰਤਨ ਸਰਵਨ ਕਰ ਰਹੇ ਸਨ, ਹੁਣ ਵਿਚਾਰ ਨਾਲ ਜੁੜੇ ਹਨ। ਜਿਤਨਾ ਸਮਾਂ ਵੀ, ਕਹਿਣ ਦਾ ਭਾਵ ਜਿਤਨਾ ਸਮਾਂ ਵੀ ਅਸੀਂ ਸੰਗਤ ਕਰੀਏ ਗੁਰੂ ਦੀ, ਇਹਨੂੰ ਸਾਧ ਸੰਗ ਕਿਹਾ ਗਿਆ ਹੈ। ਜੇ ਸਾਧ ਸੰਗ ਕਰਨ ਤੋਂ ਬਾਅਦ ਵੀ ਇੱਥੋਂ ਅਸੀਂ ਚਿੰਤਾ ਦੇ ਭਰੇ ਹੋਏ ਹੀ ਜਾਵਾਂਗੇ ਨਾ, ਫਿਰ ਯਾਦ ਰੱਖਣਾ ਸਾਡਾ ਇੱਥੇ ਆਇਆ ਹੋਇਆ ਸਾਡੇ ਅੰਦਰ ਲਈ ਕੋਈ ਬਹੁਤ ਗੁਣਕਾਰੀ ਨਹੀਂ ਹੋਇਆ। ਹਾਂ, ਸਮਾਜ ਦੀ ਦ੍ਰਿਸ਼ਟੀ ਵਿੱਚ ਸਾਡੀ ਹਾਜ਼ਰੀ ਲੱਗੇ ਵੀ ਰੋਜ਼ ਗੁਰਦੁਆਰੇ ਆ ਰਿਹਾ ਹੈ, ਪਰ ਖਿਮਾ ਕਰ ਦੇਣਾ, ਇਹ ਇੰਝ ਹੀ ਹੈ ਜਿਵੇਂ ਮਾਂ ਬਾਪ ਬੱਚੇ ਨੂੰ ਸਕੂਲ 'ਤੇ ਭੇਜਦੇ ਹਨ, ਤਿਆਰ ਕਰਾ ਕੇ ਉਹ ਜਾਂਦਾ ਵੀ ਹੈ, ਪਰ ਉੱਥੇ ਬੇਧਿਆਨਾ ਹੋ ਕੇ ਬੈਠਾ ਰਹਿੰਦਾ ਹੈ। ਫਿਰ ਕਦੋਂ ਪਤਾ ਲੱਗਦਾ ਹੈ? ਜਦੋਂ ਇਮਤਿਹਾਨ ਆਉਂਦਾ ਹੈ, ਉੱਥੇ ਪਰਫਾਰਮੈਂਸ ਚੰਗੀ ਨਹੀਂ ਹੁੰਦੀ। ਰਿਜ਼ਲਟ ਆ ਗਿਆ, ਰਿਜ਼ਲਟ ਦੱਸ ਦੇਵੇਗਾ ਕਿ ਇਹਨੇ ਕਲਾਸ ਵਿੱਚ ਕਿਤਨੀ ਕੁ ਪੜ੍ਹਾਈ ਕੀਤੀ ਸੀ। ਇਹ ਗੱਲ ਯਾਦ ਰੱਖਣਾ। ਔਰ ਮੈਂ ਇੱਕ ਬੇਨਤੀ ਕਰਾਂ, ਸਾਡੀ ਪ੍ਰੀਖਿਆ ਤੇ ਪਲ ਪਲ ਪੈ ਰਹੀ ਹੈ, ਪਲ ਪਲ। ਔਰ ਪਰਖ ਮਾਇਆ ਲੈਂਦੀ ਹੈ, ਲੈਂਦਾ ਰੱਬ ਹੀ ਹੈ, ਪਰ ਮਾਇਆ ਦੇ ਰੂਪ ਵਿੱਚ ਸਾਡੀ ਪਰਖ ਹਰ ਵੇਲੇ ਲੈ ਰਿਹਾ ਹੈ। ਹਰ ਵੇਲੇ ਸਾਡੇ ਸਾਹਮਣੇ ਉਹ ਚਿਹਰੇ ਵੀ ਆਉਣਗੇ ਜਿਹੜੇ ਸਾਨੂੰ ਚੰਗੇ ਨਹੀਂ ਲੱਗਦੇ। ਆਪ ਸਮਝਣਾ ਮੈਂ ਕੀ ਕਹਿ ਰਿਹਾ ਹਾਂ।
ਤੇ ਹੁਣ ਪਰਖ ਕੀ ਹੈ? ਜੇ ਉਹਨਾਂ ਨੂੰ ਵੇਖ ਕੇ ਜੀਵਨ 'ਚ ਫਿਰ ਉਹੀ ਕ੍ਰੋਧ ਆ ਗਿਆ ਜੋ ਪਹਿਲੇ ਆਂਦਾ ਸੀ, ਫਿਰ ਉਹੀ ਵੈਰ ਆ ਗਿਆ, ਇਹਦਾ ਮਤਲਬ ਸਾਧ ਸੰਗਤ ਵਿੱਚ ਮੈਂ ਪੜ੍ਹ ਨਹੀਂ ਰਿਹਾ ਸਹੀ ਤਰੀਕੇ ਨਾਲ, ਮੇਰਾ ਧਿਆਨ ਹੈ ਕੋਈ ਨਹੀਂ। ਤੇ ਜੇ ਕਿਸੇ ਮਨੁੱਖ ਨੂੰ ਵੇਖ ਕੇ ਕ੍ਰੋਧ ਆਉਂਦਾ ਸੀ, ਕਿਸੇ ਚਿਹਰੇ ਨੂੰ ਵੇਖ ਕੇ, ਮੈਂ ਚਿਹਰਾ ਸ਼ਬਦ ਵਰਤ ਰਿਹਾ ਹਾਂ, ਹੁਣ ਤਰਸ ਆਉਂਦਾ ਹੈ, ਅਰਦਾਸ ਨਿਕਲਦੀ ਹੈ, ਮਾਲਕ ਇਹਨੂੰ ਵੀ ਸ਼ਾਂਤੀ ਦੇ, ਇਹਦਾ ਵੀ ਭਲਾ ਕਰ, ਤੇ ਇਸ ਤੋਂ ਪਹਿਲੇ ਮੇਰਾ ਭਲਾ ਕਰ। ਤੇ ਯਾਦ ਰੱਖਣਾ, ਐਸਾ ਸਤਸੰਗੀ ਸੰਗਤ ਵਿੱਚ ਉਹਦੀ ਪੜ੍ਹਾਈ ਸਹੀ ਤਰੀਕੇ ਨਾਲ ਚੱਲ ਰਹੀ ਹੈ। ਇਹ ਤੇ ਕੇਵਲ ਇੱਕ ਪੱਖ ਲਿਆ ਹੈ। ਐਸੇ ਇਮਤਿਹਾਨ ਸਾਡੇ ਰੋਜ਼ ਪਲ ਪਲ ਹੁੰਦੇ ਹਨ, ਅੱਜ ਵੀ ਹੋਣਗੇ ਬਹੁਤ ਸਾਰੇ ਇਮਤਿਹਾਨ। ਜਦ ਤੱਕ ਜ਼ਿੰਦਗੀ ਹੈ ਉਦੋਂ ਤੱਕ ਇਹ ਇਮਤਿਹਾਨ ਚੱਲਣਗੇ ਸਾਡੇ। ਬਸ ਇਹ ਸਮਝ ਲੈਣਾ, ਜਿਹਨੂੰ ਉਹਨਾਂ ਪਰਿਸਥਿਤੀਆਂ ਦੇ ਵਿੱਚ ਮਾਲਕ ਨੇ ਸਾਂਭਣ ਦੀ ਸੋਝੀ ਦੇ ਦਿੱਤੀ, ਉਹ ਸੁਚੱਜੀ ਬਣ ਗਈ। ਤੇ ਜਿਹੜੀ ਉਹਨਾਂ ਪਰਿਸਥਿਤੀਆਂ ਵਿੱਚ ਆਪਣੇ ਆਪ ਨੂੰ ਸਾਂਭ ਨਹੀਂ ਪਾ ਰਹੀ, ਉਹੀ ਕੁਚੱਜੀ ਹੈ। ਤੇ ਜੇ ਮੈਂ ਆਪਣੇ ਆਪ ਨੂੰ ਉਹਨਾਂ ਪਰਿਸਥਿਤੀਆਂ ਦੇ ਵਿੱਚ ਨਹੀਂ ਸੰਭਾਲ ਪਾ ਰਿਹਾ, ਸਾਂਭ ਨਹੀਂ ਪਾਇਆ, ਤਾਂ ਸੱਚ ਜਾਣਨਾ ਮੇਰੇ ਅੰਦਰ ਹਾਲੇ ਕੁਚੱਜ ਬਣਿਆ ਹੋਇਆ ਹੈ। ਔਰ ਇਹ ਕੁਚੱਜ ਸਾਡਾ ਸਾਡੇ ਬੋਲਾਂ ਰਾਹੀਂ, ਸਾਡੇ ਐਕਸ਼ਨਸ ਭਾਵ ਕਰਮਾਂ ਰਾਹੀਂ, ਸਾਡੀ ਸੋਚ ਰਾਹੀਂ ਔਰ ਸਾਡੇ ਵਿਵਹਾਰ ਰਾਹੀਂ ਅਸੀਂ ਆਪ ਹੀ ਪ੍ਰਗਟ ਕਰਦੇ ਹਾਂ। ਇਹਦਾ ਪ੍ਰਗਟਾਵਾ ਹੋਣ ਲੱਗ ਪੈਂਦਾ ਇਸ ਕੁਚੱਜ ਦਾ। ਪਰ ਅੱਜ ਦਾ ਜੋ ਵਿਸ਼ਾ ਹੈ, ਇਹ ਦੋ ਸਤਸੰਗੀਆਂ ਦਾ ਆਪਸ ਵਿੱਚ ਵਾਰਤਾਲਾਪ ਹੈ। ਪਹਿਲੀ ਸਤਸੰਗਣ ਕਹਿ ਰਹੀ ਹੈ ਕਿ ਹੇ ਸਹੇਲੀਏ, ਮੈਂ ਵੀ ਸੰਗਤ ਵਿੱਚ ਆ ਰਹੀ ਹਾਂ, ਮੈਂ ਵੀ ਸੰਗਤ ਨਾਲ ਜੁੜੀ ਹਾਂ ਗੁਰੂ ਦੀ, ਪਰ ਮੈਨੂੰ ਆਪਣੇ ਅੰਦਰ ਦੋਸ਼ ਦਿਸ ਰਹੇ ਹਨ, ਐਬ ਦਿਸ ਰਹੇ ਹਨ। ਇਹ ਐਬ ਕਈ ਪ੍ਰਕਾਰ ਦੇ ਹਨ, ਤੇ ਇਹਦੇ ਵਿੱਚ ਮੈਂ ਇੱਕ ਸ਼ਬਦ ਨਾਲ ਤੁਹਾਨੂੰ ਇਹਨਾਂ ਦਾ ਜ਼ਿਕਰ ਕਰਕੇ ਦੱਸਣਾ ਚਾਹੁੰਦਾ ਹਾਂ। ਇਹਨੂੰ ਕਹਿੰਦੇ ਅਸਹਿਜਤਾ। ਅਸਹਿਜਤਾ, ਡਾਵਾਂ ਡੋਲ ਹੋਣਾ, ਉੱਤੇ ਥੱਲੇ ਬਿਰਤੀ ਦਾ ਜਾਣਾ। ਬਿਰਤੀ ਸਥਿਰ ਨਹੀਂ ਹੋ ਪਾ ਰਹੀ, ਕਦੀ ਉੱਤੇ ਤੇ ਕਦੀ ਥੱਲੇ ਆ ਜਾਂਦੀ ਹੈ, ਸਥਿਰਤਾ ਨਹੀਂ ਆ ਪਾ ਰਹੀ। ਇਹ ਬੜਾ ਵੱਡਾ ਕੁਚੱਜ ਹੈ। ਕੱਲ ਸਮਝਿਆ ਸੀ ਦਵੈਤ ਤੇ ਹੰਕਾਰ। ਕਹਿੰਦੇ ਇਸ ਹਾਲਤ ਦੇ ਵਿੱਚ, ਇਸ ਕੁਚੱਜੇਪਨ ਦੇ ਵਿੱਚ ਤੇ ਅਣਗਿਣਤ ਦੋਸ਼ਾਂ ਨਾਲ ਮੈਂ ਭਰੀ ਹੋਈ ਹਾਂ। ਹਾਉ ਕਿਉਂ ਸ਼ਹ ਰਾਵਣ ਜਾਉ ਜਿਉ। ਜਿਹੜਾ ਸ਼ਹ ਸ਼ਬਦ ਹੈ ਜੀ, ਅਰਬੀ ਫਾਰਸੀ ਦਾ ਹੈ। ਇਹ ਹਿੰਦੀ ਜਾਂ ਸੰਸਕ੍ਰਿਤ ਲੈਂਗੁਏਜ ਨਹੀਂ ਹੈ। ਉਸ ਪਾਸੇ 100 ਬੋਲਦੇ ਹਨ, 100। ਅੱਜ ਵੀ ਤੁਸੀਂ ਪਾਕਿਸਤਾਨ ਵਾਲੇ ਪਾਸੇ ਜਾਓ, ਜਿੱਥੋਂ ਸਾਡੇ ਵੱਡੇ ਬਜ਼ੁਰਗ ਆਏ ਹਨ, ਉਹਨਾਂ ਦੀ ਪੰਜਾਬੀ ਸੁਣੋ। ਇਲਾਕਿਆਂ ਦੀ ਹੈ, ਜਿਵੇਂ ਪਿਸ਼ਾਵਰ ਦੀ ਵੱਖ ਹੋਵੇਗੀ, ਮੁਲਤਾਨ ਦੀ ਪੰਜਾਬੀ ਵੱਖ ਹੈ ਪੰਜਾਬੀ ਹੀ, ਲੇਕਿਨ ਸ਼ਬਦਾਂ ਦਾ ਔਰ ਐਕਸੈਂਟ ਦਾ ਫਰਕ ਪੈ ਜਾਂਦਾ ਹੈ। ਤੇ ਉੱਥੇ 100 ਬੋਲਿਆ ਜਾਂਦਾ ਹੈ, 100। ਅਸੀਂ ਰਹਿਰਾਸ ਬੋਲਦੇ ਹਾਂ, ਉਹ ਰਾਹੇ ਰਾਸ ਪੜ੍ਹਦੇ ਹਨ, ਰਾਹੇ ਰਾਸ। ਤੇ ਗੁਰਬਾਣੀ ਦਾ ਅਗਰ ਗ੍ਰਾਮੈਟੀਕਲ ਪੱਖ ਮੈਂ ਆਪ ਨਾਲ ਰੱਖਾਂ, ਜੋ ਲਗ ਮਾਤਰਾਵਾਂ ਸਤਿਗੁਰੂ ਜੀ ਨੇ ਲਗਾਈਆਂ ਹਨ, ਜਿਵੇਂ ਰਾਹ ਦੇ ਹਾਹੇ ਨੂੰ ਅਗਰ ਸਿਹਾਰੀ ਹੈ ਤੇ ਇਹਦਾ ਅਰਥ ਹੋਏਗਾ ਰਸਤੇ ਉੱਤੇ। ਪਰ ਮੈਂ ਕੁਝ ਸਮਾਂ ਪਹਿਲਾਂ ਇੱਕ ਜਿਹੜਾ ਲੈਂਗੁਏਜਿਸ ਦਾ ਐਕਸਪਰਟ ਹੁੰਦਾ ਹੈ, ਉਹਦੇ ਨਾਲ ਵਾਰਤਾਲਾਪ ਕਰ ਰਿਹਾ ਸਾਂ। ਬੜੀ ਵੱਡੀ ਯੂਨੀਵਰਸਿਟੀ ਦੇ ਵਿੱਚ ਉਹ ਲੈਂਗੁਏਜਿਸ ਦੇ ਬਾਰੇ ਦੱਸਦੇ ਹਨ ਵਿਦਿਆਰਥੀਆਂ ਨੂੰ। ਜਿਹੜੇ ਰਿਸਰਚ ਸਕਾਲਰਸ ਹੁੰਦੇ ਹਨ, ਉਹਨਾਂ ਨੂੰ ਵੀ ਗਾਈਡ ਕਰਦੇ ਹਨ। ਤੇ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਉਹਨਾਂ ਨੇ ਇੱਕ ਨਵਾਂ ਪੱਖ ਦੱਸਿਆ। ਕਹਿੰਦੇ ਰਾਹੇ ਵੀ ਪੜ੍ਹੋਗੇ ਨਾ, ਅਗਰ ਗੱਲ ਨੂੰ ਸਮਝਣਾ, ਅਸੀਂ ਤਾਂ ਗ੍ਰਾਮੈਟੀਕਲੀ ਲੈ ਰਹੇ ਹਾਂ, ਤੇ ਰਾਹੇ ਦਾ ਉਚਾਰਨ ਕਹਿੰਦੇ ਅਯੋਗ ਇਸ ਕਰਕੇ ਨਹੀਂ ਹੈ ਕਿਉਂਕਿ ਅੱਜ ਵੀ ਤੁਸੀਂ ਉਸ ਪਾਸੇ ਜਾਓਗੇ
ਤੇ ਉੱਥੇ ਲੋਕ ਪੰਜਾਬੀ ਵਿੱਚ ਰਸਤੇ ਨੂੰ ਰਾਹੇ ਹੀ ਪੜ੍ਹਦੇ ਹਨ, ਰਾਹੇ ਰਾਸ। ਉਹਨਾਂ ਦਾ ਆਪਣਾ ਵਿਸ਼ਾ ਹੈ। ਤੋ ਇਸ ਸ਼ਬਦ ਨੂੰ ਵੈਸੇ ਸ਼ਹ ਪੜ੍ਹਨਾ ਹੈ। ਹਾਹੇ ਦੀ ਜਿਹੜੀ ਔਂਕੜ ਹੈ ਇੱਕ ਵਚਨ ਪੁੱਲਿੰਗ ਦਾ ਸੰਕੇਤ ਹੈ। ਪਰ ਅਗਰ ਜਿਹੜੇ ਲੋਕ 100 ਪੜ੍ਹਦੇ ਹਨ ਨਾ, ਤੇ ਉਹ ਜਿਹੜੀ ਗੱਲ ਮੈਂ ਆਪ ਨਾਲ ਸਾਂਝੀ ਕਰਨੀ ਚਾਹ ਰਿਹਾ ਸਾਂ, ਉਸ ਬੋਲੀ ਵਿੱਚ ਅੱਜ ਵੀ 100 ਪੜ੍ਹਿਆ ਜਾਂਦਾ ਹੈ। ਸ਼ਹੋ ਵੀ ਨਹੀਂ ਪੜ੍ਹਦੇ, 100। ਹਾਂ ਕਿਉਂ ਸ਼ਹ ਰਾਵਣ ਜਾਉ ਜਿਉ। ਰਾਵਣ ਦਾ ਅਰਥ ਹੈ ਭੋਗਣਾ, ਮਾਣਨਾ। ਉਹ ਆਖ ਰਹੀ ਹੈ ਇੱਕ ਸਤਸੰਗਣ ਸਹੇਲੀ ਕਿ ਮੇਰੇ ਅੰਦਰ ਇਤਨੇ ਦੋਸ਼ ਹਨ ਕਿ ਮੈਂ ਉਸ ਪ੍ਰਭੂ ਪਤੀ ਨੂੰ ਭੋਗਣ ਵਾਸਤੇ, ਭਾਵ ਮਾਨਣ ਵਾਸਤੇ ਉਹਦੇ ਨਿਕਟ ਕਿਵੇਂ ਜਾ ਸਕਦੀ ਹਾਂ। ਮੈਨੂੰ ਆਪਣੇ ਅੰਦਰ ਦੋਸ਼, ਆਪਣੇ ਅੰਦਰ ਐਬ, ਆਪਣੇ ਅੰਦਰ ਕਮੀਆਂ ਦਿਸ ਰਹੀਆਂ ਹਨ। ਇਹਦਾ ਇੱਕ ਵਰਣਨ ਸਤਿਗੁਰੂ ਜੀ ਨੇ ਜੈਤਸਰੀ ਰਾਗ ਵਿੱਚ ਕੀਤਾ ਹੈ। ਮੈਂ ਉਹ ਪੂਰਾ ਪਦਾ ਆਪ ਨਾਲ ਸਾਂਝਾ ਕਰਾਂ। ਇਹ ਮੁਖਵਾਕ ਆਉਂਦਾ ਹੈ ਕਈ ਵਾਰ, 4 ਪਦਿਆਂ ਦਾ ਹੈ ਜੀ। ਨਾਲ ਸ਼ਲੋਕ ਵੀ ਹੈ। ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋਂ ਅਨਦਿਨ ਨੀਤ, ਖੋਲ ਕਪਟ ਗੁਰਮੇਲੀਆ, ਨਾਨਕ ਹਰ ਸੰਗ ਮੀਤ। ਛੰਤ ਪਹਿਲੇ ਸ਼ਲੋਕ ਹੈ, ਹੁਣ ਛੰਤ ਸ਼ੁਰੂ ਹੋਇਆ। ਸੁਣ ਯਾਰ ਹਮਾਰੇ ਸੱਜਣ, ਯਾਰ ਕਿਹਾ ਗਿਆ ਹੈ, ਦੇਖਣਾ। ਔਰ ਇਹ ਯਾਰ ਸ਼ਬਦ ਵੀ ਅਰਬੀ ਫਾਰਸੀ ਦਾ ਹੈ। ਅੱਜ ਤੇ ਚਲੋ ਇਸ ਸ਼ਬਦ ਨੂੰ ਨਾ ਗਾਲ ਦੇ ਰੂਪ 'ਚ ਲੋਕ ਵਰਤਦੇ ਹਨ, ਅਬਿਊਜ਼ਿੰਗ ਵੇ ਦੇ ਵਿੱਚ। ਤੇ ਕਿਧਰੇ ਜਿੱਥੇ ਦੋਸਤੀ ਪੱਕੀ ਹੋ ਜਾਵੇ, ਘਨਿਸ਼ਤਾ ਹੋ ਜਾਵੇ, ਲੋਕ ਕਹਿੰਦੇ ਮੇਰਾ ਯਾਰ ਹੈ। ਇੱਕ ਬੰਦਾ ਦੂਸਰੇ ਬੰਦੇ ਲਈ ਕਹਿੰਦਾ ਤੇ ਮੇਰਾ ਯਾਰ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਰੱਬ ਨੂੰ ਯਾਰ ਕਿਹਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਸ਼ਬਦ ਵਰਤੇ, ਯਾਰੜੇ ਦਾ ਸਾਨੂੰ ਸੱਥਰ ਚੰਗਾ। ਯਾਰੜੇ ਦਾ ਅੱਗੇ ੜੇ ਲਗਾ ਕੇ ਨਾ ਹੋਰ ਇਹਨੂੰ ਪਿਆਰ ਦਾ, ਪ੍ਰੇਮ ਵਾਲਾ ਰੂਪ ਦੇ ਦਿੱਤਾ। ਇਹਨੂੰ ਹੋਰ ਪ੍ਰੇਮ ਦੇ ਨਾਲ ਭਿਜੋ ਦਿੱਤਾ ਇਸ ਸ਼ਬਦ ਨੂੰ, ਦੱਸਣ ਵਾਸਤੇ ਕਿ ਰੱਬ ਨੂੰ ਅਸੀਂ ਕਿਸ ਦ੍ਰਿਸ਼ਟੀ ਨਾਲ, ਪ੍ਰਭੂ ਨੂੰ ਅਸੀਂ ਕਿਸ ਦ੍ਰਿਸ਼ਟੀ ਨਾਲ ਵੇਖ ਰਹੇ ਹਾਂ। ਅਸੀਂ ਉਹਨੂੰ ਆਪਣਾ ਯਾਰ ਸਮਝ ਰਹੇ ਹਾਂ। ਪਰ ਕਹਿੰਦੇ ਯਾਰੜੇ ਦਾ ਸਾਨੂੰ ਸੱਥਰ ਚੰਗਾ। ਜੇ ਉਹ ਯਾਰ ਹੋਵੇ, ਜੇ ਉਹ ਪ੍ਰਮਾਤਮਾ ਨਾਲ ਹੋਵੇ, ਭਾਵੇਂ ਜ਼ਮੀਨ ਮਿਲ ਜਾਵੇ ਸੌਣ ਵਾਸਤੇ, ਮੈਲ ਮਾੜੀਆਂ ਨਾ ਵੀ ਮਿਲਣ, ਪਰ ਅਗਰ ਪ੍ਰਮਾਤਮਾ ਹੈ ਔਰ ਜ਼ਮੀਨ ਹੈ, ਕਹਿੰਦੇ ਮੇਰੇ ਲਈ ਉਹ ਫਰਸ਼ ਵੀ, ਉਹ ਜ਼ਮੀਨ ਵੀ ਅਰਸ਼ਾਂ ਦੇ ਬਰਾਬਰ ਹੈ। ਸਤਿਗੁਰੂ ਨੇ ਜ਼ਿਕਰ ਕੀਤਾ ਨਾ ਜੀ, ਧੂੜੀ ਵਿੱਚ ਲੁਡੰਦੜੀ ਸੋਹਾਂ, ਨਾਨਕ ਤੈਂ ਸ਼ਹ ਨਾਲੇ। ਇੱਥੇ ਵੀ ਉਹੀ ਸ਼ਬਦ ਵਰਤਿਆ ਹੈ। ਕਹਿੰਦੇ ਜੇ ਉਹ ਪ੍ਰਭੂ ਪਤੀ ਨਾਲ ਹੈ ਤੇ ਫਿਰ ਭਾਵੇਂ ਧੂੜ ਵਿੱਚ ਰੁੱਲ ਜਾਵਾਂ, ਖਾਕ ਵਿੱਚ ਰੁੱਲਾਂ, ਕਹਿੰਦੇ ਤਾਂ ਵੀ ਮੈਂ ਸ਼ੋਭਾ ਪਾਵਾਂਗੀ। ਧੂੜੀ ਵਿੱਚ ਲੁਡੰਦੜੀ ਸੋਹਾਂ, ਸੋਹਾਂ ਸ਼ਬਦ ਨੂੰ ਸਮਝਣਾ, ਸ਼ੋਭਾ ਪਾਵਾਂਗੀ, ਮੇਰੀ ਸ਼ੋਭਾ ਹੋਵੇਗੀ। ਪਰ ਕਦੋਂ ਜਿਉ ਪਤੀ ਪ੍ਰਭੂ ਮੇਰੇ ਨਾਲ ਹੈ, ਮੇਰੇ ਅੰਗ ਸੰਗ ਹੈ। ਤੋ ਯਾਰ ਸ਼ਬਦ ਵਰਤਿਆ ਹੈ। ਇਸ ਯਾਰ ਨੂੰ ਨਾ ਗੁਰੂ ਅਰਜਨ ਦੇਵ ਜੀ ਨੇ ਬੜੇ ਪਿਆਰ ਦੇ ਨਾਲ ਵਰਤਿਆ ਹੈ। ਇਸ ਨੂੰ ਗਲਤ ਸ਼ਬਦ ਨਹੀਂ ਸਮਝਣਾ ਆਸਾਨ ਹੈ। ਸੁਣ ਯਾਰ ਹਮਾਰੇ ਸੱਜਣ। ਹੁਣ ਇੱਥੇ ਵੀ ਬੇਸਿਕਲੀ ਇਹ ਇੱਥੇ ਯਾਰ ਜਿਹੜਾ ਹੈ, ਇੱਕ ਸਤਸੰਗੀ ਦੂਸਰੇ ਸਤਸੰਗੀ ਨੂੰ ਕਹਿ ਰਿਹਾ ਹੈ, ਹੇ ਮੇਰੇ ਸੱਜਣ ਯਾਰ ਸੁਣ ਮੇਰੀ ਗੱਲ, ਇੱਕ ਕਰੋ ਬੇਨੰਤੀਆ, ਮੈਂ ਇੱਕ ਅਰਜ਼ ਕਰਦੀ ਹਾਂ। ਤਿਸ ਮੋਹਨ ਲਾਲ ਪਿਆਰੇ ਹਾਂ ਫਿਰੋਂ ਖੋਜੰਤੀਆ, ਮੈਂ ਉਸ ਪ੍ਰਭੂ ਨੂੰ ਖੋਜ ਰਹੀ ਹਾਂ ਬੜੇ ਸਮੇਂ ਤੋਂ, ਉਹ ਮਿਲ ਪਵੇ ਮੈਨੂੰ। ਤਿਸ 10 ਪਿਆਰੇ ਸਿਰ ਧਰੀ ਉਤਾਰੇ, ਮੈਨੂੰ ਉਹਦੇ ਬਾਰੇ ਕੋਈ ਦੱਸ ਦੇਵੇ ਨਾ, ਮੈਂ ਆਪਣਾ ਸਿਰ ਕੱਟ ਕੇ ਉਹਦੇ ਅੱਗੇ ਰੱਖ ਦੇਵਾਂ। ਇਹ ਅਤ ਨਿਮਰਤਾ ਦਾ ਸੂਚਕ ਹੈ, ਯਾਦ ਰੱਖਣਾ। ਇਤਨੀ ਨਿਮਰਤਾ, ਇਤਨਾ ਪ੍ਰੇਮ, ਇਤਨਾ ਸਮਰਪਣ ਕਿ ਉਹ ਜੀਵ ਇਸਤਰੀ ਕਹਿ ਰਹੀ ਹੈ ਕਿ ਮੈਂ ਸਿਰ ਧਰੀ ਉਤਾਰੇ, ਆਪਣਾ ਸਿਰ ਉਤਾਰ ਕੇ ਧਰ ਦੇਵਾਂ ਉਹਦੇ ਚਰਨਾਂ ਦੇ ਵਿੱਚ। ਕਿਦੇ ਵੱਟੇ ਇੱਕ ਭੋਰੀ ਦਰਸ਼ਨ ਦੀਜੈ। ਭੋਰੀ ਕਹਿੰਦੇ ਹਨ ਇੱਕ ਨਿਮਖ, ਇੱਕ ਸੈਕਿੰਡ, ਜਿਤਨੀ ਦੇਰ ਵਿੱਚ ਸਾਡੀ ਅੱਖ ਚਮਕਦੀ ਹੈ, ਪਲਕ ਝਪਕੀ ਨਾ, ਜਿਤਨੀ ਦੇਰ ਵਿੱਚ ਅਸਾਂ ਨੇ
ਬਾਣੀ 'ਚ ਜਦੋਂ ਨਿਮਕ ਸ਼ਬਦ ਆਏਗਾ, ਨਿਮਕ ਦਾ ਅਰਥ ਇਹ ਹੁੰਦਾ ਹੈ ਜਿੰਨੀ ਦੇਰ 'ਚ ਮੈਂ ਅੱਖ ਚਮਕੀ, ਕਹਿੰਦੇ ਜਿੰਨੀ ਦੇਰ 'ਚ ਮੈਂ ਆਪਣੀ ਪਲਕ ਝਪਕੀ, ਇਤਨੀ ਦੇਰ ਦਾ ਹੀ ਅਗਰ ਮੈਨੂੰ ਰੱਬ ਦਾ ਦਰਸ਼ਨ ਹੋ ਗਿਆ, ਕਹਿੰਦੇ ਸਮਝ ਲੈਣਾ ਕਿ ਮੇਰੇ ਤੇ ਭਾਗਯ ਖੁੱਲ ਗਏ। ਇੱਕ ਭੋਰੀ ਦਰਸ਼ਨ ਦੀਜੈ ਨੈਣ ਹਮਾਰੇ, ਪ੍ਰਿਯ ਰੰਗ ਰੰਗਾਰੇ, ਇੱਕ ਤਿਲ ਵੀ ਨਾ ਤੇਰੀ ਜੈ। ਮੇਰੀਆਂ ਅੱਖਾਂ ਵਿੱਚ ਧੀਰਜ ਨਹੀਂ ਆ ਰਿਹਾ, ਮੇਰੇ ਅੰਤਰ ਮਨ ਵਿੱਚ ਧੀਰਜ ਨਹੀਂ ਆ ਰਿਹਾ, ਮੇਰੀਆਂ ਅੱਖਾਂ ਉਸ ਮਾਲਕ ਨੂੰ ਖੋਜ ਰਹੀਆਂ ਹਨ, ਬਈ ਕਿਧਰੇ ਉਸ ਮਾਲਕ ਦਾ ਦਰਸ਼ਨ ਮੈਨੂੰ ਹੋ ਜਾਵੇ। ਪ੍ਰਭ ਸਿਉ ਮਨ ਲੀਨਾ, ਜਿਉ ਜਲ ਮੀਨਾ। ਇਹ ਅਲੰਕਾਰ ਬੜਾ ਕਮਾਲ ਦਾ ਹੈ, ਅਗਰ ਤੁਹਾਨੂੰ ਸਮਝ ਆ ਜਾਵੇ ਤੇ। ਮੀਨ ਕਿਹਾ ਜਾਂਦਾ ਹੈ ਮਛਲੀ ਨੂੰ, ਮੀਨਾ। ਹੁਣ ਲੀਨਾ ਔਰ ਮੀਨਾ ਇਹ ਦੋ ਸ਼ਬਦ ਵਰਤੇ ਹਨ। ਮੀਨਾ ਤੇ ਨਾਉਨ ਹੈ, ਲੀਨਾ ਵਰਬ ਹੈ। ਪ੍ਰਭ ਸਿਉ ਮਨ ਲੀਨਾ, ਲੀਨਾ ਦਾ ਮਤਲਬ ਕੀ ਹੈ? ਲੀਨ ਹੋ ਗਿਆ, ਸਮਾ ਗਿਆ। ਜਿਉਂ ਜਲ ਮੀਨਾ। ਮੈਂ ਜਦੋਂ ਇਸ ਪੰਕਤੀ ਨੂੰ ਪੜ੍ਹ ਰਿਹਾ ਸਾਂ, ਸਾਡੀ ਕਮੀ ਪਤਾ ਕਿੱਥੇ ਆਉਂਦੀ ਹੈ? ਅਸੀਂ ਗੁਰੂ ਦੇ ਨਜ਼ਦੀਕ ਤੇ ਆ ਕੇ ਬਹਿ ਗਏ ਹਾਂ, ਪਰ ਲੀਨ ਹੋਣ ਵਿੱਚ ਨਾ ਅਸੀਂ ਸੰਕੋਚ ਕਰਦੇ ਹਾਂ। ਲੀਨ ਕਿਨੇ ਹੋਣਾ ਸੀ? ਸਾਡੀ ਸੁਰਤ ਨੇ, ਸਾਡੇ ਮਨ ਨੇ। ਪਰ ਮਨ ਲੀਨ ਕਿਧਰ ਹੈ? ਮਨ ਲੀਨ ਹੈ ਪਰਿਵਾਰ ਵਿੱਚ, ਕਿਰਤ ਵਿੱਚ, ਧਨ ਵਿੱਚ, ਸੰਸਾਰ ਵਿੱਚ। ਸਤਿਗੁਰੂ ਕਹਿੰਦੇ ਅਗਰ ਮੀਨਾ ਜਲ ਵਿੱਚ ਲੀਨ ਨਹੀਂ ਹੋਏਗੀ, ਮੀਨਾ ਦਾ ਅਗਰ ਲੀਨਾ ਨਹੀਂ ਹੋਏਗਾ ਪਾਣੀ ਵਿੱਚ, ਤੇ ਮੀਨਾ ਭਾਵ ਮੱਛੀ ਕਦੀ ਜੀ ਨਹੀਂ ਪਾਏਗੀ। ਸਾਡੀ ਆਤਮਿਕ ਮੌਤ ਦਾ ਇੱਕ ਬੜਾ ਵੱਡਾ ਕਾਰਨ ਹੈ ਵਿਸਰੈ ਮਰ ਜਾਉ। ਅਸੀਂ ਲੀਨ ਨਹੀਂ ਹੋ ਪਾ ਰਹੇ। ਮਛਲੀ ਪਾਣੀ ਚੋਂ ਜਿਉਂ ਬਾਹਰ ਨਿਕਲੇਗੀ ਨਾ ਤੜਫੇਗੀ। ਯਾਦ ਰੱਖਣਾ, ਜਲ ਵਿਹੂਨ ਮਛਲੀ ਜਿਵੇਂ ਤੜਫਦੀ ਹੈ, ਤੜਫੜਾਏ। ਸਤਿਗੁਰੂ ਬਾਣੀ 'ਚ ਆਖਦੇ, ਕਹਿੰਦੇ ਸੁਰਤ ਰੂਪੀ ਮਛਲੀ ਨੂੰ, ਮਛਲੀ ਕੀ ਹੈ? ਸਾਡੀ ਸੁਰਤ ਹੈ। ਫਿਰ ਅੱਗੇ ਜਾ ਕੇ ਇਹਦੇ ਅਰਥ ਆਤਮਾ ਬਣ ਜਾਣਗੇ। ਇਸ ਤਰ੍ਹਾਂ ਪਰਮਾਤਮਾ ਵਿੱਚ ਸੁਰਤ ਨੂੰ ਲੀਨ ਕਰਦੇ ਜਿਵੇਂ ਮਛਲੀ ਪਾਣੀ ਵਿੱਚ ਆਪਣੇ ਆਪ ਨੂੰ ਸੁੱਟ ਦਿੰਦੀ ਹੈ। ਉਹ ਪਾਣੀ ਵਿੱਚ ਜਦੋਂ ਚਲੀ ਗਈ ਨਾ, ਉਹਨੂੰ ਜੀਵਨ ਮਿਲਣਾ ਸ਼ੁਰੂ ਹੋ ਗਿਆ। ਪ੍ਰਭ ਸਿਉ ਮਨ ਲੀਨਾ, ਜਿਉਂ ਜਲ ਮੀਨਾ। ਦੂਸਰੀ ਗੱਲ, ਚਾਤ੍ਰਿਕ ਜਿਵੇਂ ਤਿਸ਼ੰਤੀਆ। ਚਾਤ੍ਰਿਕ ਪਪੀਹਾ, ਕਹਿੰਦੇ ਜਿਵੇਂ ਪਪੀਹੇ ਦੀ ਪਿਆਸ ਹੈ। ਪਪੀਹਾ ਨਾ ਪਿਆਸਾ ਪੁਕਾਰਦਾ ਰਹਿੰਦਾ ਹੈ। ਜਦ ਤੱਕ ਰੱਬ ਨਹੀਂ ਮਿਲਿਆ ਨਾ ਜੀ, ਉਦੋਂ ਤੱਕ ਵਾਹਿਗੁਰੂ 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 ਉਹਨੂੰ ਪੁਕਾਰਨਾ ਪਵੇਗਾ, ਉਹਨੂੰ ਆਵਾਜ਼ ਦੇਣੀ ਪਵੇਗੀ। ਫਿਰ ਕੀ ਹੋਏਗਾ? ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿਖਾ ਬੁਝੰਤੀਆ। ਫਿਰ ਕਿਰਪਾ ਵਰਤੇਗੀ ਕਿ ਪੂਰਾ ਗੁਰੂ ਮਿਲ ਪਵੇਗਾ। ਤੇ ਪੂਰੇ ਗੁਰੂ ਦੇ ਮਿਲਣ ਦਾ ਨਾ ਇੱਕ ਲੱਛਣ ਦੱਸਿਆ ਗਿਆ ਹੈ, ਸਗਲੀ ਤਿਖਾ। ਹੁਣ ਇੱਕ ਦੋ ਦੀ ਗੱਲ ਨਹੀਂ, ਸਗਲੀ ਵਿੱਚ ਸਾਰੀਆਂ ਆ ਗਈਆਂ। ਹਰ ਪ੍ਰਕਾਰ ਦੀ ਤ੍ਰਿਸ਼ਨਾ, ਹਰ ਪ੍ਰਕਾਰ ਦੀ ਪਿਆਸ ਮਿਟ ਜਾਏਗੀ, ਬੁਝ ਜਾਏਗੀ। ਹੁਣ ਸਾਡਾ ਜਿਹੜਾ ਪੱਖ ਹੈ ਇਸ ਤੋਂ ਅਗਲਾ ਵਾਲਾ ਹੈ, ਜੋ ਅੱਜ ਸਤਿਗੁਰੂ ਕਹਿੰਦੇ ਹਨ, ਹਾਂ ਕਿਉਂ ਸ਼ਹਰਾਵਣ ਜਾਉ ਜਿਉ। ਅਗਲੀਆਂ ਪੰਕਤੀਆਂ, ਇੱਕ ਦੋ ਇੱਕ ਚੜ੍ਹੰਦੀਆਂ, ਕੌਣ ਜਾਣੇ ਮੇਰਾ ਨਾਉ ਜਿਉ। ਸਤਿਗੁਰੂ ਕਹਿੰਦੇ, ਯਾਰ ਵੇ ਪ੍ਰਿਯ ਹੱਭੇ ਸਖੀਆਂ। ਪੜ੍ਹਨਾ ਇਹਨੂੰ ਆਪ ਕਈਆਂ ਨੂੰ ਤੇ ਕੰਠ ਵੀ ਹੈ। ਯਾਰ ਵੇ ਪ੍ਰਿਯ ਹੱਭੇ ਸਖੀਆਂ, ਇਹ ਲਹਿੰਦੇ ਪੰਜਾਬ ਦੀ ਬੋਲੀ ਹੈ। ਮੂੰਹ ਕਹੀ ਨਾ ਜੇਹੀਆ। ਕਹਿੰਦੇ ਜਦੋਂ ਮੈਂ ਸੰਗਤ ਵਿੱਚ ਆਈ ਤੇ ਮੈਂ ਕੀ ਵੇਖਿਆ? ਉੱਥੇ ਤੇ ਉਸ ਪਿਆਰੇ ਪਰਮਾਤਮਾ ਦੀਆਂ ਪਤਾ ਨਹੀਂ ਕਿਤਨੀਆਂ ਸਖੀਆਂ ਸਨ, ਕਿਤਨੀਆਂ ਸੇਵਾ ਕਰਨ ਵਾਲੀਆਂ ਸਨ। ਇਹ ਕੌਣ ਹੈ ਜੀਵ ਇਸਤਰੀ ਜਿਹਦੇ ਅੰਦਰ ਜਗਿਆਸਾ ਤੇ ਹੈ, ਪਰ ਉਹਨੂੰ ਹਲੇ ਜੁਗਤੀ ਦਾ ਨਹੀਂ ਪਤਾ। ਮੈਂ ਫਿਰ ਬੇਨਤੀ ਕਰਾਂ, ਜਿਗਿਆਸਾ ਉਦੋਂ ਹੀ ਪੂਰੀ ਹੋਏਗੀ ਜਦੋਂ ਜੁਗਤੀ ਮਿਲ ਜਾਵੇਗੀ। ਔਰ ਜੁਗਤੀ ਤਾਂ ਹੀ ਕੰਮ ਆਏਗੀ ਜਦੋਂ ਜੁਗਤੀ ਨੂੰ ਵਰਤ ਕੇ ਉਦਮ ਵਿੱਚ ਬਦਲਾਂਗੇ।
ਸਤਿਗੁਰੂ ਕਹਿੰਦੇ, ਪ੍ਰੇ ਹੱਬੇ ਸਖੀਆਂ ਮੂੰਹ ਕਹੀ ਨਾ ਜੇਹੀਆ, ਯਾਰ ਵੇ ਹਿਕ ਡੂੰ ਹਿਕ ਚਾੜੈ ਹਉ ਕਿਸ ਚਿਤੇਹੀਆਂ। ਕਹਿੰਦੇ ਮੈਂ ਜਦੋਂ ਇੱਥੇ ਆ ਕੇ ਵੇਖਿਆ, ਇੱਕ ਤੋਂ ਇੱਕ ਉੱਚੇ ਆਤਮਿਕ ਜੀਵਨ ਵਾਲੀ ਪਰਮਾਤਮਾ ਦੀ ਜਿਹੜੀ ਸਖੀ ਹੈ, ਭਾਵ ਸਤਸੰਗਣ ਹੈ, ਜੀਵ ਇਸਤਰੀ ਹੈ, ਜੀਵ ਆਤਮਾ ਇੱਥੇ ਬੈਠੀ ਹੋਈ ਨਜ਼ਰ ਆਈ। ਅਗਲੀ ਪੰਕਤੀ ਹੈ, ਕਹਿੰਦੇ ਹਿਕ ਦੂੰ ਹਿਕ ਚਾੜੇ ਅਨਿਕ ਪਿਆਰੇ, ਨਿਤ ਕਰਦੇ ਭੋਗ ਬਿਲਾਸਾ। ਕਹਿੰਦੇ ਇਹ ਨਜ਼ਾਰਾ ਵੀ ਵੇਖਿਆ ਕਿ ਇਸ ਸੰਗਤ ਦੇ ਵਿੱਚ ਜਿਹੜਾ ਆਤਮਿਕ ਮੇਲ ਹੈ, ਉਹ ਆਤਮਿਕ ਮੇਲ ਜੀਵ ਇਸਤਰੀਆਂ ਪਰਮਾਤਮਾ ਪਤੀ ਨਾਲ ਕਰਦੀਆਂ ਪਈਆਂ ਹਨ। ਤਿੰਨਾਂ ਦੇਖ, ਉਹਨਾਂ ਨੂੰ ਵੇਖ ਕੇ ਮਿਲਦੇ ਹੋਏ ਮਨ ਚਾਉ ਉਠੰਦਾ, ਮੇਰੇ ਮਨ 'ਚ ਚਾਉ ਆਇਆ ਕਿ ਹਉ ਕਦ ਪਾਈ ਗੁਣ ਤਾਸਾ, ਕਿ ਮੈਂ ਗੁਣਾਂ ਦੇ ਖਜ਼ਾਨੇ ਪਰਮਾਤਮਾ ਨੂੰ ਕਦੋਂ ਪਾਵਾਂਗੀ, ਮੇਰੀ ਵਾਰੀ ਕਦੋਂ ਆਵੇਗੀ। ਇੱਕ ਸ਼ਬਦ ਹੈ ਬਾਣੀ ਵਿੱਚ, ਕਰਮਹੀਣ ਧਨ ਕਰੈ ਬਿਨੰਤੀ, ਕਦ ਨਾਨਕ ਆਵੇ ਵਾਰੀ, ਸਭ ਸੁਹਾਗਣ ਮਾਣੇ ਰਲੀਆਂ, ਇੱਕ ਦੇਵੋ ਰਾਤ ਮੁਰਾਰੀ। ਕਹਿੰਦੇ, ਹੇ ਮਾਲਕ, ਜਿਵੇਂ ਤੂੰ ਕਿਰਪਾ ਕਰਕੇ ਜੀਵ ਇਸਤਰੀਆਂ ਨੂੰ ਆਪਣੇ ਨਾਲ ਜੋੜਿਆ, ਇੱਕ ਰਾਤ ਤੂੰ ਮੈਨੂੰ ਵੀ ਦੇ, ਭਾਵ ਜੀਵਨ ਦੀ ਇਸ ਰਾਤ ਵਿੱਚ ਸਿਮਰਨ ਦੀ ਦਾਤ ਤੂੰ ਮੈਨੂੰ ਵੀ ਬਖਸ਼ ਦੇ, ਮੈਨੂੰ ਵੀ ਆਪਣੇ ਨਾਲ ਜੋੜ ਲੈ। ਤੋ ਸਤਿਗੁਰੂ ਅੱਜ ਸਮਝਾ ਰਹੇ ਹਨ, ਕਹਿੰਦੇ ਇੱਕ ਦੂੰ ਇੱਕ ਚੜ੍ਹੰਦੀਆਂ। ਸੰਗਤ ਵਿੱਚ ਆ ਕੇ ਕੀ ਵੇਖਦੀ ਹਾਂ ਕਿ ਇੱਕ ਤੋਂ ਇੱਕ ਵਧੀਆ ਤੋਂ ਵਧੀਆ ਜੀਵ ਇਸਤਰੀਆਂ ਇੱਥੇ ਮੌਜੂਦ ਹਨ। ਕੌਣ ਜਾਣੇ ਮੇਰਾ ਨਾਮ ਜਿਓ, ਤੇ ਇੱਥੇ ਤੇ ਕੋਈ ਮੇਰਾ ਨਾਮ ਤੱਕ ਨਹੀਂ ਜਾਣਦਾ। ਤੇ ਮੈਂ ਇਸ ਕੁਚੱਜ ਨੂੰ ਲੈ ਕੇ ਜੀਵਨ ਵਿੱਚ, ਸੰਸਾਰ ਵਿੱਚ ਬੜੇ ਮਾਣ ਵਿੱਚ ਫਿਰ ਰਹੀ ਸਾਂ। ਇਸ ਕੁਚੱਜ ਨੂੰ ਹੀ ਮੈਂ ਆਪਣਾ ਗਹਿਣਾ ਬਣਾਇਆ ਹੋਇਆ ਸੀ। ਇਸ ਕੁਚੱਜ ਕਾਰਨ ਹੀ ਮੈਂ ਦੁਨੀਆ ਵਿੱਚ ਵਿਖਾਵੇ ਪਈ ਕਰਦੀ ਸਾਂ। ਪਰ ਜਦੋਂ ਮੈਨੂੰ ਸੰਗਤ ਵਿੱਚ ਆਉਣਾ ਨਸੀਬ ਹੋਇਆ, ਜਦੋਂ ਮੈਨੂੰ ਸਾਧ ਸੰਗਤ ਮਿਲੀ, ਇੱਥੇ ਆ ਕੇ ਮੈਨੂੰ ਆਪਣੇ ਅੰਦਰ ਦੀ ਅਸਲ ਹਾਲਤ ਸਮਝ ਵਿੱਚ ਆਈ ਵੀ ਮੇਰੇ ਕੋਲ ਤੇ ਕੋਈ ਗੁਣ ਨਹੀਂ, ਮੇਰੇ ਕੋਲ ਕੋਈ ਗਿਆਨ ਨਹੀਂ। ਪਰ ਫਿਰ ਮੈਨੂੰ ਸਮਝ ਆ ਗਈ ਕਿ ਵੀ ਜਿਸ ਦੇ ਦਰ 'ਤੇ ਮੈਂ ਆਈ ਹਾਂ, ਜਿਸ ਦੇ ਦੁਆਰ ਦੇ ਉੱਤੇ ਮੈਂ ਆ ਕੇ ਢੱਠੀ ਹਾਂ, ਡਿੱਗੀ ਹਾਂ, ਉਹ ਪਤਿਤ ਪਾਵਨ ਹੈ, ਉਹ ਖਾਲੀ ਭਾਂਡਿਆਂ ਨੂੰ ਭਰਨ ਵਾਲਾ ਹੈ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਉਹ ਨਿਰਗੁਣਾਂ ਨੂੰ ਗੁਣ ਦੇਣ ਵਾਲਾ ਹੈ। ਤੇ ਕਹਿੰਦੇ ਜਿਹੜੇ ਗੁਣਵਾਨ ਹਨ ਨਾ, ਗੁਣਵੰਤਿਆਂ, ਜਿਹੜੇ ਅੱਜ ਗੁਣਵਾਨ ਬਣੇ ਹਨ, ਉਹਨਾਂ ਨੂੰ ਵੀ ਉਸੇ ਨੇ ਗੁਣ ਦਿੱਤੇ ਤੇ ਗੁਣ ਦੇਣੇ ਬੰਦ ਨਹੀਂ ਕਰਦਾ। ਕਿਸੇ ਨਿਰਗੁਣ ਨੂੰ ਗੁਣੀ ਬਣਾਉਂਦਾ ਹੈ ਪਹਿਲੇ, ਫਿਰ ਉਸ ਗੁਣੀ ਨੂੰ ਹੋਰ ਗੁਣ ਦੇਣੇ ਸ਼ੁਰੂ ਕਰ ਦਿੰਦਾ ਹੈ। ਤੇਹਾ ਕੋਏ ਨਾ ਸੁਝਈ, ਜੇ ਤਿਸ ਗੁਣ ਕੋਏ ਕਰੇ। ਤੋ ਇੱਥੋਂ ਤੱਕ ਆਪ ਜੀ ਨੂੰ ਸਮਝ ਆਈ ਹੋਏਗੀ ਜੀ। ਪਿਛਲੇ ਸਾਰੇ ਦੀਵਾਨ ਵਿੱਚ ਪਹਿਲੇ ਕੁਚੱਜ ਬਾਰੇ ਸਮਝਿਆ, ਚੱਜ ਬਾਰੇ, ਫਿਰ ਨਾਲ ਕੁਝ ਉਦਾਹਰਣਾਂ ਲਈਆਂ ਸਨ ਕਿ ਬੰਦਾ ਸੰਸਾਰ ਵਿੱਚ ਸਲੀਕਾ ਸਿੱਖ ਲੈਂਦਾ ਹੈ ਸੰਸਾਰੀ ਜੀਵਨ ਨੂੰ ਸਹੀ ਬਣਾਉਣ ਦਾ। ਉਹਦੇ ਵਿੱਚ ਬੰਦਾ ਧਨ ਵੀ ਕਮਾਉਂਦਾ ਹੈ, ਮਨਾ ਨਹੀਂ ਕੀਤਾ ਗੁਰੂ ਨਾਨਕ ਨੇ ਬਈ ਨਾ ਕਮਾ ਧਨ। ਪਰ ਅਗਰ ਉਹ ਧਨ ਤੇਰੀ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ, ਉਸ ਧਨ ਕਰਕੇ ਤੈਨੂੰ ਨੀਂਦ ਨਹੀਂ ਆ ਰਹੀ, ਉਹਦੀ ਸੋਚ ਕਰਕੇ ਜੇ ਤੂੰ ਸਤਸੰਗ ਤੋਂ ਟੁੱਟ ਰਿਹਾ ਹੈ, ਫਿਰ ਤੈਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ। ਕਿਉਂਕਿ ਉਹ ਇੱਕ ਸਹੂਲਤ ਹੈ ਜੀਵਨ ਨਿਰਵਾਹ ਕਰਨ ਦੀ, ਉਹ ਮੰਜ਼ਿਲ ਨਹੀਂ ਹੈ ਤੇਰੀ। ਘਰ ਨੂੰ ਵੇਖ ਕੇ, ਮਹਿਲ ਮਾੜੀਆਂ ਨੂੰ ਵੇਖ ਕੇ, ਇਹਨੂੰ ਸੰਪੋ ਕਹਿੰਦੀ ਹੈ ਬਾਣੀ। ਸੰਪੋ, ਸੰਪੋ ਸੰਪੱਤੀ, ਇਹਦੇ 'ਚ ਸਭ ਕੁਝ ਆ ਜਾਂਦਾ ਹੈ। ਜੇ ਸੰਪੋ ਤੇਰੀ ਚਿੰਤਾ ਦਾ ਕਾਰਨ ਬਣ ਰਹੀ ਹੈ, ਤੇਰੇ ਅੰਦਰ ਅਸਹਿਜਤਾ ਦਾ ਕਾਰਨ ਬਣ ਰਹੀ ਹੈ, ਤੇਰੇ ਸਤਸੰਗ ਨਾਲੋਂ ਟੁੱਟਣ ਦਾ ਕਾਰਨ ਬਣ ਰਹੀ ਹੈ, ਤੇ ਫਿਰ ਤੈਨੂੰ ਸੋਚਣਾ ਪਏਗਾ। ਮੈਨੂੰ ਇੱਥੇ ਸਾਖੀ ਯਾਦ ਆਉਂਦੀ ਹੈ, ਜਿਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਸੰਗਤਾਂ ਨੂੰ ਉਤਾਰ ਰਹੇ ਸਨ ਨਾ ਜੀ, ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਘਰ 4 ਸੰਤਾਨਾਂ ਸਨ। ਮੋਹਨ ਜੀ, ਮੋਹਰੀ ਜੀ ਤੇ 2 ਧੀਆਂ ਸਨ, ਦਾਨੀ ਔਰ ਪਾਨੀ। 4 ਬੱਚੇ ਹਨ ਗੁਰੂ ਅਮਰਦਾਸ ਜੀ ਦੇ।
ਮੋਹਨ ਜੀ ਤੇ ਵਿਰਕਤ ਸਨ। ਉਹ ਸੰਸਾਰੀ ਬਿਰਤੀ ਨਹੀਂ ਸੀ ਉਹਨਾਂ ਦੀ, ਨਾ ਆਪਣੇ ਕੋਲ ਕੋਈ ਧਨ ਦੌਲਤ ਸਾਜ਼ੋ ਸਮਾਨ ਰੱਖਦੇ ਸਨ। ਮੋਹਰੀ ਜੀ ਸਨ ਜਿਹੜੇ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਗੁਰੂ ਬਣਦੇ ਹਨ, ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਹਨ, ਤੇ ਬਾਬਾ ਮੋਹਨ ਜੀ ਜੋ ਮਾਇਆ ਆਦਿ ਹੈ ਗੁਰੂ ਘਰ ਦੀ ਉਹਨੂੰ ਸੰਭਾਲਦੇ ਸਨ। ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਦੇ ਵੇਲੇ ਇਹ ਜ਼ਿੰਮੇਵਾਰੀ ਉਹਨਾਂ ਦੇ ਸਭ ਤੋਂ ਵੱਡੇ ਪੁੱਤਰ ਪ੍ਰਿਥੀ ਚੰਦ ਨੇ ਲੈ ਲਈ ਸੀ। ਇਤਿਹਾਸ 'ਚ ਜ਼ਿਕਰ ਆਉਂਦਾ ਹੈ ਕਿ 3 ਦਿਨਾਂ ਤੱਕ ਬਾਬਾ ਮੋਹਰੀ ਜੀ ਨਾ ਸੰਗਤ ਵਿੱਚ ਨਹੀਂ ਆਏ। 3 ਦਿਨ ਬਾਅਦ ਜਦੋਂ ਸੰਗਤ ਵਿੱਚ ਆਏ ਤੇ ਆ ਕੇ ਪਿੱਛੇ ਬੈਠ ਗਏ। ਪਹਿਲੇ ਅੱਗੇ ਬੈਠਿਆ ਕਰਦੇ ਸਨ, ਪਿੱਛੇ ਬੈਠ ਗਏ। ਤੇ ਇਹ ਜਿਹੜੇ ਹੱਥ ਸਨ ਨਾ, ਹੱਥ ਪਹਿਲੇ ਇੰਜ ਅੱਗੇ ਰੱਖ ਕੇ ਇੰਜ ਬੈਠਦੇ ਸਨ, ਇਸ ਤਰ੍ਹਾਂ ਅੱਜ ਹੱਥ ਵੀ ਇੰਜ ਪਿੱਛੇ ਕੀਤੇ ਹੋਏ ਹਨ। ਮੈਂ ਫਿਰ ਬੇਨਤੀ ਕਰਾਂ, ਜੇ ਤਾਰਕਿਕ ਦ੍ਰਿਸ਼ਟੀ ਨਾਲ ਵੇਖੋਗੇ ਕਈ ਸਵਾਲ ਲੋਕੀ ਖੜੇ ਕਰ ਦਿੰਦੇ ਹਨ, ਪਰ ਗੁਰੂ ਦੀਆਂ ਸਾਖੀਆਂ ਨਾ ਸਿੱਖਿਆ ਵਾਸਤੇ ਹੋਇਆ ਕਰਦੀਆਂ ਹਨ। ਇਹਨਾਂ ਵਿੱਚ ਲੌਜਿਕ, ਤਰਕ ਔਰ ਇਹ ਚੀਜ਼ਾਂ ਅਗਰ ਇਹਨਾਂ ਦੀ ਕਸਵੱਟੀ ਤੇ ਗੁਰੂ ਨੂੰ ਅਸੀਂ ਪਰਖ ਨਹੀਂ ਸਕਦੇ। ਯਾਦ ਰੱਖਣਾ, ਜਦੋਂ ਪਿੱਛੇ ਬੈਠੇ ਹੁਣ ਗੁਰੂ ਅਮਰਦਾਸ ਮਹਾਰਾਜ ਜੀ ਨੇ ਨਾ ਸਾਰੀ ਸੰਗਤ ਵਿੱਚ ਇਹ ਆਖਿਆ, ਮੋਰੀ ਪਿੱਛੇ ਕਿਉਂ ਬੈਠਾ ਹੈ ਪੁੱਤਰ, ਅੱਗੇ ਆ ਜਾ। ਸਤਿਗੁਰੂ ਦਾ ਬਚਨ ਸੀ, ਹੁਣ ਮੋੜ ਨਹੀਂ ਸਕੇ, ਅੱਗੇ ਆ ਗਏ। ਅੱਗੇ ਆਏ, ਹੁਣ ਹੱਥ ਜੋੜਨੇ ਸਨ। ਜਦੋਂ ਹੱਥ ਜੋੜੇ ਕੀ ਵੇਖਿਆ, ਹੱਥ ਕਾਲੇ ਹੋਏ ਪਏ ਹਨ ਸਾਰੇ। ਮੈਂ ਗੱਲ ਚਿੰਤਨ ਦੀ ਕਰ ਰਿਹਾ ਸਾਂ। ਸੰਪੋ ਦੇ ਚਿੰਤਨ ਕਰਕੇ ਅਗਰ ਸੰਗਤ ਵਿਸਰ ਰਹੀ ਹੈ, ਫਿਰ ਇਹ ਮਾਇਆ ਹੈ ਸਾਡੇ ਲਈ। ਜਦੋਂ ਹੱਥ ਜੋੜੇ ਸਤਿਗੁਰੂ ਜੀ ਨੇ ਹੱਥ ਵੇਖ ਕੇ ਕਹਿੰਦੇ, ਹੱਥ ਕਿਉਂ ਕਾਲੇ ਹਨ? ਹੁਣ ਝੂਠ ਤੇ ਬੋਲ ਨਹੀਂ ਸਨ ਸਕਦੇ ਗੁਰੂ ਅੱਗੇ। ਕਹਿਣ ਲੱਗੇ, ਪਿਤਾ ਗੁਰੂ ਜੀ, ਪਿਤਾ ਵੀ ਸਨ ਨਾਲ। ਬੜੇ ਸਮੇਂ ਤੋਂ ਮੇਰੀ ਖਾਹਿਸ਼ ਸੀ, ਮੈਂ ਕਦੀ 1 ਲੱਖ ਦਮੜੇ ਇਕੱਠੇ ਨਹੀਂ ਸਨ ਵੇਖੇ। ਰੁਪਈਏ ਕਹਿ ਲਓ, ਲੱਖ ਰੁਪਈਏ। ਤੇ ਉਦੋਂ ਪੇਪਰ ਕਰੰਸੀ ਨਹੀਂ ਸੀ ਹੁੰਦੀ, ਤੁਹਾਨੂੰ ਪਤਾ ਹੋਵੇ। ਉਦੋਂ ਸਿੱਕੇ ਚੱਲਿਆ ਕਰਦੇ ਸਨ, ਮੋਹਰਾਂ ਕਹਿ ਲਓ, ਸਿੱਕੇ ਕਹਿ ਲਓ। 1 ਲੱਖ ਦਮੜਾ ਮੈਂ ਕਦੀ ਇਕੱਠਾ ਨਹੀਂ ਸੀ ਵੇਖਿਆ। ਤੇ ਮੈਨੂੰ ਇਹ ਪਤਾ ਲੱਗਿਆ ਵੀ ਗੁਰੂ ਦੀ ਗੋਲਕ ਵਿੱਚ 1 ਲੱਖ ਦਮੜਾ ਇਕੱਠਾ ਹੋ ਗਿਆ ਹੈ। ਤੇ ਮੇਰਾ ਮਨ ਕੀਤਾ ਵੀ ਮੈਂ ਗਿਣਤੀ ਕਰਾਂ, ਆਪਣੇ ਹੱਥੀਂ ਗਿਣਾ। ਤੇ ਜਦੋਂ ਮੈਂ ਉਹਨਾਂ ਨੂੰ ਗਿਣਨਾ ਸ਼ੁਰੂ ਕਰਾਂ, ਗਿਣਤੀ ਭੁੱਲ ਜਾਵਾਂ। ਉਦੋਂ ਕੈਲਕੂਲੇਟਰਸ ਤੇ ਨਹੀਂ ਸਨ ਹੁੰਦੇ, ਢੇਰੀਆਂ ਬਣਾ ਕੇ ਰੱਖਣੀਆਂ ਪੈਂਦੀਆਂ ਸਨ। ਫਿਰ ਗਿਣਤੀ ਕਰਨ ਵੇਲੇ ਕਦੀ ਵਿਸਰ ਜਾਏ ਸਾਰੀ ਗਿਣਤੀ ਦੁਬਾਰਾ ਤੋਂ। ਇਸ ਕਰਕੇ ਪਾਤਸ਼ਾਹ ਅੱਜ ਗਿਣਤੀ ਪੂਰੀ ਹੋਈ ਤੇ ਅੱਜ 3 ਦਿਨਾਂ ਤੋਂ ਬਾਅਦ 1 ਲੱਖ ਦਮੜਾ ਜਦ ਗਿਣਿਆ ਤੇ ਗਿਣ ਕੇ ਮੈਂ ਅੱਜ ਇੱਥੇ ਆਇਆ। ਇਸ ਕਰਕੇ ਮੇਰੇ ਹੱਥ ਕਾਲੇ ਹੋ ਗਏ। ਤੁਸੀਂ ਜਰਾ ਥੋੜ੍ਹੀ ਦੇਰ ਲਈ ਅੱਜ ਵੀ ਸਿੱਕਿਆਂ ਨੂੰ ਗਿਣੋ, ਤੁਸੀਂ ਦੇਖਣਾ, ਤੁਸੀਂ 500 1000 ਸਿੱਕਾ ਗਿਣੋ ਇੰਜ ਹੱਥ ਦੇ ਉੱਤੇ, ਤੁਹਾਡੇ ਹੱਥਾਂ ਤੇ ਕਾਲਖ ਲੱਗ ਜਾਏਗੀ। ਸਤਿਗੁਰੂ ਨੇ ਉਹਨੂੰ ਭਰੀ ਸੰਗਤ ਵਿੱਚ ਇੱਕ ਗੱਲ ਕਹੀ, ਮੋਰੀ। ਔਰ ਯਾਦ ਰੱਖਣਾ, ਮੋਹਰੀ ਜੀ ਇੱਕ ਐਸੇ ਗੁਰੂ ਕੇ ਸਾਹਿਬਜ਼ਾਦੇ ਹਨ ਜਿਨ੍ਹਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਮੋਹਰੀ ਪੁੱਤ ਸਨਮੁਖ ਹੋਆ। ਜਦੋਂ ਰਾਮਕਲੀ ਸਦ ਬਾਣੀ ਤੁਸੀਂ ਪੜ੍ਹੋਗੇ, ਮੋਹਰੀ ਨੂੰ ਸਨਮੁਖ ਕਿਹਾ ਗਿਆ ਹੈ। ਕਹਿੰਦੇ ਮੋਹਰੀ ਹੁਕਮ ਵਿੱਚ ਆ ਗਿਆ। ਉਹਨੇ ਪ੍ਰਿਥੀ ਚੰਦ ਦੀ ਤਰ੍ਹਾਂ ਬਗਾਵਤ ਨਹੀਂ ਸੀ ਕੀਤੀ। ਪ੍ਰਿਥੀ ਚੰਦ ਨੇ ਤੇ ਕਹਿ ਦਿੱਤਾ ਸੀ ਨਾ ਕਿ ਬਈ ਗੁਰੂ ਮੈਂ ਹੀ ਬਣਾਂਗਾ। ਮੋਹਰੀ ਨੇ ਆਪਣੇ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਦਾ ਹੁਕਮ ਮੰਨ ਲਿਆ ਤੇ ਗੁਰੂ ਅਮਰਦਾਸ ਜੀ ਦਾ ਹੁਕਮ ਕੀ ਸੀ? ਰਾਮਦਾਸ ਦੇ ਪੈਰੀਂ ਪੈ ਜਾਓ ਸਾਰੇ। ਅੱਜ ਤੋਂ ਬਾਅਦ ਤੁਹਾਡਾ ਗੁਰੂ ਜੇਠਾ ਰਾਮਦਾਸ ਬਣੇਗਾ। ਤੇ ਇਹ ਹੁਕਮ ਬਾਬਾ ਮੋਹਰੀ ਜੀ ਨੇ ਇੰਜ ਗਲ 'ਚ ਪੱਲਾ ਪਾ ਕੇ ਨਾ ਇੰਜ ਹੱਥ ਜੋੜ ਕੇ ਮੰਨਿਆ ਸੀ। ਇਹ ਅਤ ਦੀਨਤਾ ਦੀ ਨਿਸ਼ਾਨੀ ਹੈ। ਮੈਂ ਅੱਗੇ ਵੀ ਬੇਨਤੀ ਕੀਤੀ ਹੈ, ਗਲ 'ਚ ਪੱਲਾ ਪਾ ਕੇ ਗੁਰੂ ਅੱਗੇ ਇੰਜ ਦੋਵੇਂ ਹੱਥ ਜੋੜ ਕੇ, ਇਹ ਪੂਰੇ ਹੱਥ ਇੰਜ ਜੁੜਨੇ ਚਾਹੀਦੇ ਹਨ। ਔਰ ਸਿਰ ਨਿਵਾ ਕੇ ਅੱਖਾਂ ਬੰਦ ਕਰਕੇ ਅਰਦਾਸ ਕਰੋ। ਆਪ ਵੇਖਣਾ ਅਰਦਾਸ ਖਾਲੀ ਨਹੀਂ ਜਾਏਗੀ ਤੁਹਾਡੀ। ਸਾਨੂੰ ਜਾਚ ਨਹੀਂ ਆਉਂਦੀ ਅਰਦਾਸ ਕਰਨ ਦੀ।
ਇਹ ਦੀਨਤਾ ਦੀ ਨਿਸ਼ਾਨੀ ਹੈ। ਕੇਵਲ ਕੱਪੜਾ ਨਹੀਂ ਹੈ ਗਲੇ ਵਿੱਚ ਪਿਆ ਹੋਇਆ, ਇਹ ਦੀਨਤਾ ਦੀ ਨਿਸ਼ਾਨੀ ਹੈ ਕਿ ਸਤਿਗੁਰੂ ਮੈਂ ਤੇਰੀ ਬੰਦਸ਼ ਵਿੱਚ ਆ ਗਿਆ ਹਾਂ, ਮੈਂ ਤੇਰੇ ਭਾਣੇ ਵਿੱਚ ਆ ਜਾਵਾਂ, ਮੇਰੇ 'ਤੇ ਕਿਰਪਾ ਕਰ। ਘਰਾਂ ਵਿੱਚ ਜਦੋਂ ਅਰਦਾਸ ਕਰੋ ਨਾ, ਔਰ ਇੱਕ ਬੇਨਤੀ ਚਲੋ ਹੋਰ ਕਰਦੇ ਹਾਂ, ਲੋਕ ਘਰਾਂ ਵਿੱਚ ਅਰਦਾਸ ਕਰਦੇ ਕਹਿੰਦੇ ਫੋਟੋ ਢੂੰਡੀਏ, ਕਿਸ ਪਾਸੇ ਫੋਟੋ ਹੈ? ਨਹੀਂ, ਅਕਾਲ ਪੁਰਖ ਹਾਜ਼ਰ ਨਾਜ਼ਰ ਹੈ। ਕਿਸੇ ਪਾਸੇ ਮੂੰਹ ਕਰਕੇ ਤੁਸੀਂ ਰੱਬ ਦਾ ਧਿਆਨ ਕਰਕੇ ਅਰਦਾਸ ਕਰੋ, ਗਲ 'ਚ ਪੱਲਾ ਪਾ ਕੇ। ਆਪ ਯਾਦ ਰੱਖਣਾ, ਭਾਵਨਾ ਹੋਣੀ ਚਾਹੀਦੀ ਹੈ, ਭਾਵਨਾ ਨੂੰ ਫਲ ਲੱਗੇਗਾ ਤੁਹਾਡੀ। ਅਤੇ ਜੇ ਤੁਸੀਂ ਸੋਚੋ ਬਈ ਮੈਂ ਲਫ਼ਜ਼ ਸਿਰਫ ਰੱਬ ਤੱਕ ਪਹੁੰਚਾ ਦੇਵਾਂ, ਸਿਰਫ ਫੋਕੇ ਲਫ਼ਜ਼ ਕਦੀ ਰੱਬ ਤੱਕ ਨਹੀਂ ਪਹੁੰਚਦੇ। ਰੱਬ ਤੱਕ ਭਾਵਨਾ ਪਹੁੰਚਦੀ ਹੈ। ਤੁਸੀਂ ਬੋਲ ਵੀ ਨਹੀਂ ਪਾ ਰਹੇ ਨਾ ਅਰਦਾਸ 'ਚ ਕੁਛ, ਸਿਰਫ ਖਲੋ ਜਾਓ ਹੱਥ ਜੋੜ ਕੇ, ਸਿਰ ਝੁਕਾ ਕੇ, ਕਿਉਂਕਿ ਤਿਸੈ ਅੱਗੇ ਨਾਨਕਾ ਖਲੇ ਕੀਚੈ ਅਰਦਾਸ। ਪਰ ਉਸ ਤੋਂ ਪਹਿਲੇ ਕੀ ਕਿਹਾ? ਆਪੇ ਜਾਣੇ। ਉਹ ਆਪ ਜਾਣਦਾ ਹੈ ਸਾਰਿਆਂ ਦੇ ਦਿਲ ਦੀ। ਕਰੇ ਆਪ ਆਪੇ ਆਣੇ ਰਾਸ। ਜਾਣਦਾ ਵੀ ਆਪ ਹੈ, ਕੰਮ ਤੇਰੇ ਉਹਨੇ ਆਪ ਕਰਨੇ ਹਨ। ਤੂੰ ਸਿਰਫ ਕੀ ਕਰਨਾ ਹੈ? ਤਿਸੈ ਅੱਗੇ ਨਾਨਕਾ ਖਲੇ ਕੀਚੈ। ਖਲੋਣਾ ਜ਼ਰੂਰ ਹੈ ਅਰਦਾਸ ਕਰਨ ਵੇਲੇ। ਖਲੇ ਦਾ ਅਰਥ ਹੈ ਖਲੋ ਕੇ। ਦੋ ਅਰਥ ਹਨ ਇਹਦੇ। ਇੱਕ ਹੈ ਸੁਚੇਤ ਹੋ ਕੇ, ਸੁਰਤ ਨੂੰ ਧਿਆਨ ਨੂੰ ਉੱਥੇ ਇਕਾਗਰ ਕਰਕੇ, ਭਾਵਨਾ ਹੋਵੇ ਤੇਰੀ ਅਰਦਾਸ ਵਿੱਚ। ਖੈਰ, ਜਦੋਂ ਕਿਹਾ ਨਾ ਮੋਹਰੀ ਪੁੱਤਰ ਰਾਮਦਾਸ ਦੇ ਪੈਰੀ ਪੈ ਜਾ, ਉਹ ਡਿੱਗ ਗਏ। ਸਤ ਬਚਨ ਗੁਰੂ ਪਾਤਸ਼ਾਹ ਇੰਝ। ਅੱਜ ਵੀ ਗੁਰੂ ਅੱਗੇ ਖਲੋਤੇ ਕਹਿਣ ਲੱਗੇ, ਪਾਤਸ਼ਾਹ ਲੱਖ ਦਮੜਾ ਨਹੀਂ ਸੀ ਗਿਣਿਆ ਕਦੀ, ਮਨ ਵਿੱਚ ਬੜਾ ਸ਼ੌਂਕ ਸੀ ਵੀ ਇਕੱਠਾ ਲੱਖ ਦਮੜਾ ਗਿਣਾਂਗਾ। ਅੱਜ ਇਹ ਸ਼ੌਂਕ ਪੂਰਾ ਹੋ ਗਿਆ। ਸਤਿਗੁਰੂ ਕਹਿੰਦੇ ਸ਼ੌਂਕ ਤੇ ਪੂਰਾ ਹੋ ਗਿਆ, ਪਰ 3 ਦਿਨ ਸੰਗਤ ਤੋਂ ਤੂੰ ਗੈਰ ਹਾਜ਼ਰ ਰਿਹਾ, ਤੇ 3 ਦਿਨਾਂ ਦੀ ਸੰਗਤ ਦੀ ਗੈਰ ਹਾਜ਼ਰੀ ਦਾ ਜੋ ਨੁਕਸਾਨ ਹੈ ਉਹ ਨਹੀਂ ਭਰਿਆ ਜਾ ਸਕਦਾ ਕਦੀ ਵੀ। ਅੱਜ ਦਾ ਹੁਕਮਨਾਮਾ ਸੁਬਾ ਦਾ ਪੜ੍ਹ ਕੇ ਵੇਖ ਲੈਣਾ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਤੁਸੀਂ ਨਦੀ ਨੂੰ ਵੇਖੋ, ਚਲਦੀ ਹੋਈ ਨਦੀ ਨੂੰ, ਕਿਨਾਰੇ ਖਲੋ ਜਾਣਾ। ਇੱਕ ਵਾਰ ਜਿਹੜਾ ਪਾਣੀ ਵਗ ਗਿਆ ਕਦੀ ਵਾਪਸ ਆਉਂਦਾ ਹੈ? ਇਹਨੂੰ ਕਹਿੰਦੇ ਬਹਿਤੀ ਜਾਤ। ਜੀਵਨ ਦੀ ਨਦੀ ਵਗਦੀ ਜਾ ਰਹੀ ਹੈ। ਇਹ ਜਿਤਨੀ ਦੇਰ ਵਿੱਚ ਤੁਸੀਂ ਇੱਥੇ ਆਏ ਨਾ, ਕਿਸੇ ਨੂੰ ਅੱਧਾ ਘੰਟਾ, ਕਿਸੇ ਨੂੰ 1 ਘੰਟਾ, ਅਤੇ ਜਿਤਨੇ ਸਵਾਸ ਗਏ, ਤੁਸੀਂ ਕਦੀ ਸੋਚਣਾ ਇਹ ਜਿਹੜਾ ਸਵਾਸ ਹੁਣ ਜਾਂਦਾ ਪਿਆ ਹੈ, ਮਹਿਸੂਸ ਕਰੋ, ਇਹ ਕਦੀ ਸਾਡੇ ਜੀਵਨ 'ਚ ਇਹ ਸਵਾਸ ਵਾਪਸ ਨਹੀਂ ਆਵੇਗਾ। ਉਸ ਪੂੰਜੀ 'ਚੋਂ ਸਵਾਸਾਂ ਦਾ ਸਰਮਾਇਆ ਜੋ ਲੈ ਕੇ ਆਏ ਹਾਂ, ਇਹ ਸਵਾਸ ਘਟ ਗਿਆ, ਪਰ ਘੱਟੋ ਘੱਟ ਇਹ ਜ਼ਰੂਰ ਕਵਾਂਗੇ ਇਹ ਸਵਾਸ ਜ਼ਾਇਆ ਨਹੀਂ ਗਿਆ। ਗੁਰੂ ਦੀ ਗੋਦ ਵਿੱਚ ਇਹ ਸਵਾਸ ਸਾਡਾ ਨਿਕਲਿਆ ਹੈ। ਗੁਰੂ ਦੀ ਹਜ਼ੂਰੀ ਵਿੱਚ ਸੰਗਤ ਕਰਦੇ ਹੋਏ ਸਵਾਸ ਗਿਆ ਹੈ। ਤੋ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਕਿਹਾ, ਮੋਹਰੀ ਜਿਸ ਮਾਇਆ ਨੂੰ, ਜਿਸ ਧਨ ਨੂੰ ਗਿਣਨ ਦੇ ਨਾਲ ਹੱਥ ਇਤਨੇ ਕਾਲੇ ਹੋ ਗਏ, ਔਰ 3 ਦਿਨ ਸਿਰਫ ਗਿਣਿਆ। ਸੋਚ ਜਰਾ, ਉਸ ਮਾਇਆ ਦੀ ਚਿਤਵਨੀ ਵਿੱਚ ਜਿਹੜਾ ਮਨ 24 ਘੰਟੇ 8 ਪਹਿਰ ਖੁੱਭਿਆ ਰਹਿੰਦਾ ਹੈ, ਉਹ ਮਨ ਕਿਤਨਾ ਕਾਲਾ ਹੁੰਦਾ ਹੋਵੇਗਾ। ਉਸ ਮਨ ਤੇ ਕਿਤਨੀ ਕੁ ਕਾਲਕ ਲੱਗੀ ਹੋਵੇਗੀ ਮੋਹਰੀ। ਅੱਗੋਂ ਸਵਾਲ ਸੀ, ਪਾਤਸ਼ਾਹ ਫਿਰ ਕੀ ਕਰਾਂ? ਇਸ ਕਾਲਖ ਨੂੰ ਕਿਵੇਂ ਲਾਵਾਂ? ਸਤਿਗੁਰੂ ਨੇ ਇੱਕੋ ਹੀ ਬੋਲ ਆਪਣੀ ਬਾਣੀ 'ਚੋਂ ਕਿਹਾ ਸੀ, ਮਨ ਧੋਵੋ। ਆਖੋ ਜੀ, ਮਨ ਧੋਵੋ, ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਇੱਕ ਕੰਮ ਮੋਹਰੀ ਤੂੰ ਕਰਨਾ ਹੈ। ਜਦੋਂ ਤੇਰੇ ਮਨ ਦੇ ਉੱਤੇ ਮਾਇਕ ਫੁਰਨੇ ਆਣੇ ਸ਼ੁਰੂ ਹੋ ਜਾਣ ਨਾ, ਤੂੰ ਅੰਦਰ ਗੁਰੂ ਦਾ ਸ਼ਬਦ ਚਲਾਣਾ ਸ਼ੁਰੂ ਕਰ ਦੇ, ਗੁਰੂ ਦੀ ਬਾਣੀ ਪੜ੍ਹਨੀ ਸ਼ੁਰੂ ਕਰ ਦੇ। ਮਨ ਨੂੰ ਸ਼ਬਦ ਨਾਲ ਜੋੜ ਲੈ, ਆਪਣੇ ਧਿਆਨ ਨੂੰ ਹਰੀ ਦੇ ਚਰਨਾਂ ਵਿੱਚ ਜੋੜ ਲੈ। ਤੇਰਾ ਮਨ ਮੈਲਾ ਨਹੀਂ ਹੋਵੇਗਾ ਕਦੀ। ਹਰ ਸਿਉ ਰਹੋ ਚਿਤ ਲਾਏ। ਤੋ ਇਹ ਨੁਕਤਾ ਸਮਝ ਲੈਣਾ। ਮੈਂ ਸਮਾਪਤੀ ਕਰਾਂ ਜੀ। ਸੰਪੋ ਦੀ ਜਿਹੜੀ ਚਿਤਵਨੀ ਹੈ, ਚਿਤਵਨੀ ਸਿਰਫ ਸੋਚ ਮਾਤਰ, ਉਹ ਮਨ ਨੂੰ ਕਿਤਨਾ ਕੁ ਕਾਲਾ ਕਰੇਗੀ, ਇਸ ਸਾਖੀ 'ਚੋਂ ਆਪ ਜੀ ਨੇ ਜਾਣਿਆ ਹੈ। ਔਰ ਮਨ ਦੀ ਕਾਲਖ ਅਸੀਂ ਕੱਪੜਿਆਂ ਦੀ ਕਾਲਖ ਤੇ
ਨਜ਼ਰ ਆ ਜਾਂਦੀ ਹੈ, ਹੱਥਾਂ ਪੈਰਾਂ ਦੀ ਕਾਲਖ ਨਜ਼ਰ ਆ ਜਾਂਦੀ ਹੈ, ਖਿਮਾ ਕਰਨਾ ਮਨ ਦੀ ਕਾਲਖ ਨਹੀਂ ਨਜ਼ਰ ਆਉਂਦੀ। ਮੈਂ ਇਹ ਦਾਅਵਾ ਨਹੀਂ ਕਰ ਸਕਦਾ ਇੱਥੇ ਬੈਠ ਕੇ ਵੀ ਮੇਰਾ ਮਨ ਬਿਲਕੁਲ ਨਿਰਮਲ ਹੈ। ਕਿਸੇ ਨੂੰ ਨਜ਼ਰ ਨਹੀਂ ਆ ਰਿਹਾ ਨਾ ਜੀ ਮਨ। ਕੌਣ ਹੈ ਜਿਹੜਾ ਸਾਡੇ 'ਚੋਂ ਇੱਕ ਦੂਸਰੇ ਦਾ ਮਨ ਵੇਖ ਸਕਦਾ ਹੈ? ਨਹੀਂ ਵੇਖ ਸਕਦਾ ਕੋਈ ਵੀ। ਪਰ ਕੀ ਅਸੀਂ ਕਬੂਲਾਂਗੇ ਨਹੀਂ ਵੀ ਸਾਡੇ ਮਨ ਅੰਦਰੋਂ ਕਾਲੇ ਹਨ? ਇਹ ਆਪਣੇ ਆਪ ਵਿੱਚ ਹੀ ਧਿਆਨ ਰੱਖਣਾ ਹੈ ਇਸ ਗੱਲ ਦਾ। ਤੋ ਸਤਿਗੁਰੂ ਜੀ ਸਮਝਾ ਰਹੇ ਹਨ, ਕੌਣ ਜਾਣੇ ਮੇਰਾ ਨਾਉ ਜਿਉ। ਅਗਲੀਆਂ ਵਿਚਾਰਾਂ ਜੋ ਹਨ ਜੀ, ਗੁਰੂ ਸਾਹਿਬ ਕਿਰਪਾ ਕਰਨ, ਮੈਂ ਅੱਜ ਫਿਰ ਆਖਾਂ ਸਮੇਂ ਦੀ ਬੰਦਿਸ਼ ਨਹੀਂ ਰੱਖੀ ਗਈ ਹੈ ਇਸ ਵਿਚਾਰ ਨੂੰ ਲੈ ਕੇ। ਇਸੀ ਕਰਕੇ ਯਤਨ ਕਰ ਰਿਹਾ ਹਾਂ, ਜੋ ਜਿਵੇਂ ਸਤਿਗੁਰੂ ਸਾਖੀਆਂ ਵੀ ਬਖਸ਼ ਰਹੇ ਹਨ, ਥੋੜ੍ਹਾ ਥੋੜ੍ਹਾ ਸਾਖੀਆਂ ਵਾਲਾ ਪੱਖ ਤਾਂ ਲਿਆ ਜਾ ਰਿਹਾ ਹੈ ਤਾਂ ਕਿ ਉਹਨਾਂ ਸਾਖੀਆਂ ਨਾਲ ਵਿਚਾਰ ਸਮਝਣੀ ਥੋੜ੍ਹੀ ਸਰਲ ਹੋ ਜਾਵੇ। ਅਗਲੀਆਂ ਪੰਕਤੀਆਂ ਹਨ, ਜਿਨੀ ਸਖੀ ਸ਼ਹਰਾਵਿਆ ਸੇ ਅੰਬੀ ਛਾਂਵੜੀ ਇਹ ਜੀਓ। ਜਿਨ੍ਹਾਂ ਨੇ ਉਸ ਪ੍ਰਭੂ ਪਤੀ ਨੂੰ ਮਾਣਿਆ ਹੈ, ਰਾਵਿਆ ਦਾ ਵੈਸੇ ਅਖਰੀ ਅਰਥਨ ਭੋਗਿਆ ਹੈ, ਭਾਵ ਜਿਨ੍ਹਾਂ ਦਾ ਆਤਮਾ ਉਸ ਪ੍ਰਭੂ ਦੇ ਆਤਮਾ ਵਿੱਚ ਅਭੇਦ ਹੋਇਆ, ਮਿਲਿਆ। ਸਤਿਗੁਰੂ ਕਹਿੰਦੇ ਉਹਨਾਂ ਦੇ ਜੀਵਨ ਵਿੱਚ ਇੰਝ ਸ਼ਾਂਤੀ ਆ ਗਈ ਜਿਵੇਂ ਉਹ ਅੰਬ ਦੇ ਦਰਖਤ ਦੀ ਛਾਂ ਥੱਲੇ ਬੈਠੀਆਂ ਹੋਈਆਂ ਹਨ। ਹੁਣ ਇਹ ਆਪਣੇ ਆਪ 'ਚ ਬੜਾ ਗਹਿਰਾ ਅਲੰਕਾਰ ਹੈ। ਅੰਬ ਦੇ ਦਰਖਤ ਦੇ ਥੱਲੇ ਬੈਠਣ ਵਾਲੇ ਨੂੰ ਕੇਵਲ ਛਾਂ ਨਹੀਂ ਮਿਲੇਗੀ, ਉਹਨੂੰ ਖਾਣ ਵਾਸਤੇ ਪੱਕੇ ਹੋਏ ਅੰਬ ਵੀ ਮਿਲਣਗੇ, ਉਹਨੂੰ ਬਹੁਤ ਕੁਝ ਮਿਲੇਗਾ, ਪ੍ਰਾਪਤ ਹੋਏਗਾ। ਗੁਰੂ ਸਾਹਿਬ ਕਿਰਪਾ ਕਰਨ ਇਹ ਅਲੰਕਾਰ ਅਗਲੇ ਸਮਿਆਂ ਵਿੱਚ ਆਪ ਜੀ ਦੇ ਨਾਲ ਸਾਂਝੇ ਕੀਤੇ ਜਾ ਸਕਣ। ਅੱਜ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਦੀ ਖਿਮਾ, ਅਦਬ ਸਤਕਾਰ, ਪ੍ਰੇਮ ਭਾਵਨਾ ਸਹਿਤ ਗੁਰੂ ਬਖਸ਼ੀ ਫਤਿਹ ਦੀ ਪਾਵੋ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।